ਬਲਿਹਾਰੀ ਗੁਰ ਆਪਣੇ ਦਿਓਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ ਜਿਸੋ ਚੰਦਾ ਉਗਵਹਿ ਸੂਰਜ ਚੜ੍ਹੈ ਹਜ਼ਾਰ ਇਤੇ ਚਾਨਣ ਹੁੰਦਿਆ ਗੁਰ ਬਿਨ ਘੋਰ ਅੰਧਾਰ ਹਮੇ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਖ ਬਿਖ ਖਾਈ ਮਾਇਆ ਮੋਹ ਭਰਮ ਪੈ ਭੂਲੇ ਸੁਤਦਾਰਾ ਸਿਉ ਪ੍ਰੀਤ ਲਗਾਇ ਇਕ ਉਤਮ ਪੰਥ ਸੁਨਿਓ ਗੁਰ ਸੰਗਤ ਤਿਹ ਮਿਲੰਤ ਜਮ ਤਰਾਸ ਮਿਟਾਈ ਇਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰਾਖੋ ਸਰਣਾਈ ਸਗਲ ਦੁਆਰ ਕੋ ਛਾੜ ਕੇ ਗਹਿਓ ਤੁਹਾਰੋ ਦੁਆਰ ਬਾਹਿ ਗਹੇ ਕੀ ਲਾਜ ਅਸ ਗੋਬਿੰਦਾਸ ਤੁਹਾਰ ਕਹਾਂ ਤੁਛ ਪ੍ਰਬੁੱਧ ਹਮਾਰੀ ਵਰਨ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਹੋ ਤੁਮ ਕਥਾ ਸੁਧਾਰ ਸੱਜਣ ਸੱਚਾ ਪਾਤਸ਼ਾਹ ਸਿਰਸਾਹਾਂ ਦੈ ਸਾਹ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹ ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਪੁਰਸੋਂ ਚਟੀਐ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੁਖ ਹਟਲ ਗੁਰ ਸੇਵੀਐ ਅਹਨਿਸ ਸਹਜ ਸੁਭਾਇ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਇ। ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ ਰਾਗ ਮਾਲਾ। ਅੱਗੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਇੱਥੇ ਜੋ ਸਤਿਗੁਰੂ ਜੀ ਪਰਮਾਤਮਾ ਦਾ ਜੋ ਮੰਗਲ ਅੰਕਿਤ ਕਰਨ ਉਪਰੰਤ ਟਕਸਾਲ ਅੰਦਰ ਇਹ ਦ੍ਰਿੜ ਕਰਵਾਇਆ ਜਾਂਦਾ। ਇਤਿਹਾਸ ਵਿੱਚ ਜ਼ਿਕਰ ਆਉਂਦਾ, ਮਹਾਕਵੀ ਸੰਤੋਖ ਸਿੰਘ ਜੀ ਨੇ ਵੀ ਲਿਖਿਆ ਕਿ ਜਦੋਂ ਗੁਰੂ ਸਾਹਿਬ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਦਿਆਂ ਹੋਇਆਂ ਸ਼ਲੋਕ ਮਹੱਲਾ ਪੰਜਵਾ ਅੰਕਿਤ ਕਰ ਚੁੱਕੇ ਹਨ, ਤਾਂ ਰਾਗ ਰਤਨ ਜਿੰਨੇ ਹਨ ਆਪਣੇ ਪਰਿਵਾਰ ਸਮੇਤ ਗੁਰੂ ਸਾਹਿਬ ਜੀ ਦੇ ਪਾਸ ਆਏ ਕਿ ਮਹਾਰਾਜ ਬੇਵਕਤੇ ਸਮੇਂ ਦੇ ਵਿੱਚ ਸਾਨੂੰ ਗਾਇਨ ਕਰਨ ਵਾਲੇ ਜਿਹੜੇ ਨੇ ਉਹਨਾਂ ਨੂੰ ਨਾ ਗਾਇਨ ਕਰਨ ਦੇ ਸਮੇਂ ਦਾ ਪਤਾ ਨਾ ਸੁਰਤਾਲ ਦਾ, ਸਾਡੇ ਬੜਾ ਨੁਕਸਾਨ ਕਰਦੇ ਨੇ। ਤੁਸੀਂ ਬੜੀ ਕਿਰਪਾ ਕੀਤੀ ਹੈ, ਬਹੁਤ ਸਾਰੇ ਰਾਗਾਂ ਨੂੰ
ਜੋ ਰਾਗਬੱਧ ਗੁਰਬਾਣੀ ਨੂੰ ਉਚਾਰਨ ਕਰਦੇ ਹੋਏ ਅੰਕਿਤ ਕੀਤਾ ਹੈ, ਤਾਂ ਗੁਰੂ ਸਾਹਿਬ ਜੀ ਭਾਈ ਸਾਹਿਬ ਗੁਰਦਾਸ ਜੀ ਨੂੰ ਕਿ ਜਿਨ੍ਹਾਂ ਇਹ ਰਾਗ ਆਪਣੇ ਨਾਲ ਪਰਿਵਾਰਾਂ ਸਮੇਤ ਆਏ ਨੇ, ਉਸੇ ਤਰ੍ਹਾਂ ਨਾਲ ਉਹਨਾਂ ਦੇ ਜਿਹੜੇ ਨਾਮ ਹਨ ਉਹਨਾਂ ਨੂੰ ਜਿਹੜਾ ਅੰਕਿਤ ਕਰੋ। ਤੇ ਭਾਈ ਸਾਹਿਬ ਗੁਰਦਾਸ ਜੀ ਫਿਰ ਇਹਨਾਂ ਸਾਰੇ ਰਾਗਾਂ ਦੀ ਜਿਹੜੀ ਲੜੀਵਾਰ ਰੂਪਤਾ ਹੈ ਉਸ ਨੂੰ ਅੰਕਿਤ ਕਰਦੇ ਨੇ। ਤਾਂ ਸ਼੍ਰੀਮਾਨ ਸੰਤ ਬਾਬਾ ਸੁੰਦਰ ਸਿੰਘ ਜੀ ਮਹਾਂਪੁਰਖ ਇਸ ਰਾਗ ਮਾਲਾ ਦਾ ਜਿਹੜਾ ਚਿੰਤਨ ਹੈ ਪ੍ਰੇਮ ਦੇ ਆਧਾਰਿਤ, ਇੱਕ ਸਿੱਖ ਗੁਰੂ ਦਾ ਰੂਪ ਹੋ ਕੇ ਬ੍ਰਹਮ ਨੂੰ ਕਿੱਦਾਂ ਮਹਿਸੂਸ ਕਰ ਸਕਦਾ ਹੈ, ਇਸ ਸਿਦਕ ਦਾ ਰਸਤਾ ਇੱਕ ਨੂੰ ਆਪਣੇ ਅੰਦਰ ਮਹਿਸੂਸ ਕਰਨ ਦੇ ਲਈ ਕਿਵੇਂ ਸਾਧਨ ਜੁਟਾ ਕੇ ਆਪਣੇ ਆਪ ਨੂੰ ਪਰਮਾਤਮਾ ਦੀ ਇਬਾਦਤ ਤੱਕ ਲਿਜਾ ਕੇ ਬ੍ਰਹਮ ਰੂਪ ਮਹਿਸੂਸ ਕਰ ਸਕਦਾ ਹੈ। ਤਾਂ ਗੁਰੂ ਸਾਹਿਬ ਜੀ ਦੇ ਇਸ ਪਰਉਪਕਾਰ ਨੂੰ 6 ਰੂਪਾਂ ਰਾਹੀਂ, ਸਭ ਤੋਂ ਪਹਿਲੇ ਅਧਿਕਾਰੀ ਦਾ ਗੁਣ, ਫਿਰ ਉਸ ਤੋਂ ਗਾਂ ਸਰਵਣ ਕਰਨਾ, ਫਿਰ ਮੰਨਣ ਕਰਨਾ, ਫਿਰ ਨਿਧਿਆਸਨ ਜਿਸ ਨੂੰ ਪੁਨः ਪੁਨः ਅਭਿਆਸ ਕਿਹਾ ਜਾਂਦਾ ਹੈ, ਫਿਰ ਜਿਹੜੀ ਹੈ ਏਕਤਾ ਜਿਸ ਨੂੰ ਮਾਇਆ ਸਬਲ ਜੋ ਸਾਡਾ ਸੰਸਾਰ ਹੈ, ਅਨਿੱਜੀ ਜੀਵਨ ਹੈ, ਜਾਂ ਸੁਸਾਇਟੀ ਤੇ ਮੈਂ ਹਾਂ। ਅੱਜ ਸਾਡਾ ਇੱਕ ਦੁਖਾਂਤ ਇਹ ਵੀ ਹੈ ਕਿ ਜਦੋਂ ਤੇ ਲੈਣੀ ਹੈ ਨੌਕਰੀ, ਫਿਰ ਤਾਂ ਕਹਿੰਦਾ ਸਰਕਾਰੀ ਹੋਵੇ, ਤੇ ਜਦੋਂ ਸਰਕਾਰੀ ਨੌਕਰੀ 'ਚ ਕੰਮ ਹੋਵੇ ਕਹਿੰਦਾ ਕਿਹੜਾ ਸਾਰਾ ਦਿਨ ਕੰਮ 'ਚ ਹੀ ਜੋੜੀ ਰੱਖਦੇ ਨੇ। ਤਾਂ ਸਰਕਾਰ ਕੋਈ ਹੋਰ ਹੋ ਗਈ, ਮੈਂ ਕੋਈ ਹੋਰ ਹੋ ਗਿਆ, ਪੰਜਾਬ ਕੋਈ ਹੋਰ ਹੋ ਗਿਆ, ਮੈਂ ਕੋਈ ਹੋਰ ਹੋ ਗਿਆ। ਇੱਥੋਂ 25 ਲੱਖ ਰੁਪਈਆ ਦੇਣ ਲੱਗਿਆ ਤਾਂ ਮੈਂ ਗੇੜਾ ਨਹੀਂ ਪੈਣ ਦਿੰਦਾ, ਵਾਪਸ 25 ਲੱਖ ਇੱਥੇ ਇਨਵੈਸਟ ਕਰਨਾ। ਕਹਿੰਦਾ ਨਾ, ਮੇਰਾ ਮੁੰਡਾ ਤੇ ਬਾਹਰ ਹੈ ਤੇ ਮੈਂ ਇੱਥੇ ਕੀ ਲੈਣਾ। ਤਾਂ ਇਹ ਜਿਹੜਾ ਅਧੂਰਾ ਗਿਆਨ ਹੈ, ਫਿਰ ਪੰਜਾਬੀਆਂ ਨੂੰ ਪੰਜਾਬ ਕਿੱਥੋਂ ਲੱਭੇ, ਫਿਰ ਉਹ ਪੰਜਾਬ ਵਿੱਚੋਂ ਇੱਥੇ ਜਿਹੜੇ ਨਸ਼ੇ ਕਰਦੇ ਨੇ, ਹੋਰ ਬੜੀਆਂ ਬੁਰਾਈਆਂ ਨੇ, ਫਿਰ ਉੱਧਰ ਜਾ ਕੇ ਵੀ ਉਹੀ ਗੁੱਲ ਖਿਲਾਰਦੇ ਨੇ, ਤੇ ਫਿਰ ਦੋਸ਼ ਅਸੀਂ ਦੂਜਿਆਂ ਨੂੰ ਦੇਣਾ ਸ਼ੁਰੂ ਕਰ ਦਿੰਦੇ ਹਾਂ। ਤਾਂ ਇੰਸਟੀਟਿਊਸ਼ਨਲ ਬਾਡੀ ਜਿਹੜੀ ਹੁੰਦੀ ਹੈ, ਸੰਸਥਾਗਤ ਸੰਸਕਰਣ ਜਿਹੜੇ ਨੇ, ਉਹ ਅਸੀਂ ਨਾ ਕਦੇ ਆਪ ਗ੍ਰਹਿਣ ਕਰਦੇ ਹਾਂ ਤੇ ਨਾ ਕਦੇ ਆਪਣੇ ਅਗਲੀ ਪੀੜ੍ਹੀ ਨੂੰ ਗ੍ਰਹਿਣ ਕਰਵਾਉਂਦੇ ਹਾਂ। ਤਾਂ ਉਹ ਸੰਸਥਾਗਤ ਜਿਹੜੇ ਕਰੈਕਟਰਿਸਟਿਕ ਨੇ, ਜਿਹਨੂੰ ਲਕਸ਼ਣ ਕਿਹਾ ਜਾਂਦਾ ਹੈ। ਔਰ ਆਤਮ ਚਿੰਤਨ ਦੁਨੀਆ ਦੇ ਅੰਦਰ 3 ਤਰ੍ਹਾਂ ਦੇ ਨਾਲ, ਜਹਿਤੀ, ਅਜਹਿਤੀ, ਭਾਗ ਤਿਆਗ। ਤਾਂ ਭਾਗ ਤਿਆਗ ਲਕਸ਼ਣਾਂ ਰਾਹੀਂ ਏਕਤਾ ਨੂੰ ਮਹਿਸੂਸ ਕਰਨਾ, ਅਖੀਰ ਤੇ ਬ੍ਰਹਮ ਰੂਪ ਮਹਿਸੂਸ ਕਰਦਿਆਂ ਜਿੱਥੇ ਰੱਖੈ ਸਾ ਭਲੀ ਜਾਏ, ਉਸ ਪਰਮਾਤਮਾ ਦੇ ਉਪਕਾਰ ਨੂੰ ਸਮਝਣਾ ਕਿ ਉਸ ਵਾਹਿਗੁਰੂ ਦੀ ਵਡਿਆਈ ਹੈ ਜਿੱਥੇ ਉਹ ਸਾਨੂੰ ਯੋਗ ਸਮਝਦਾ ਹੈ। ਹਾਂ, ਮੂੰਹ ਰਾਹੀਂ ਗ੍ਰਹਿਣ ਕਰਨ ਵਾਲਾ ਵੀ ਇੱਕ ਆਰਗਨ ਹੈ, ਅੰਨਸ ਵੀ ਇੱਕ ਆਰਗਨ ਹੈ। ਅੰਨਸ ਵਿੱਚ ਪ੍ਰਵਾਸ ਪਿਆ ਹੈ, ਭਾਵ ਐਕਸੀਰੇਸ਼ਨ ਪਈ ਹੈ, ਮੂੰਹ ਰਾਹੀਂ ਗ੍ਰਹਿਣ ਕਰਨ ਦੀ ਸ਼ਕਤੀ ਹੈ, ਨਿਊਰੇਸ਼ਨ ਪਈ ਹੈ। ਤਾਂ ਪੰਜਾਬੀ ਹੋਣ ਦੇ ਨਾਤੇ ਪੰਜਾਬ ਨਾਲ ਜੁੜੇ ਰਹਿਣਾ, ਪ੍ਰਵਾਸ ਤੱਕ ਜਾ ਕੇ ਆਪਣੇ ਗੁਣਾਂ ਨੂੰ ਪੇਸ਼ ਕਰਨਾ, ਤਾਂ ਬਾਇਓਮਾਸ ਯੂਟਿਲਾਈਜੇਸ਼ਨ ਵੀ ਹੈ, ਰੈਜ਼ੀਡਿਊ ਯੂਜ਼ਿੰਗ ਵੀ ਹੈ। ਤਾਂ ਇਹ ਜਿਹੜਾ ਨੈਤਿਕ ਜੀਵਨ ਦਾ ਅੱਜ ਦਾ ਕੰਟੈਸਟ ਹੈ, ਜੋ ਅੱਜ ਦੀ ਵਰਤਮਾਨਤਾ ਹੈ, ਅਗਰ ਇਹਦੇ ਅੰਦਰ ਮਹਿਸੂਸ ਕਰਨਾ ਹੈ ਤਾਂ ਸ਼੍ਰੀਮਾਨ ਸੰਤ ਬਾਬਾ ਸੁੰਦਰ ਸਿੰਘ ਜੀ ਮਹਾਂਪੁਰਖਾਂ ਨੇ ਇਹਨਾਂ ਸ਼ਬਦਾਂ ਦੇ ਅਰਥਾਂ ਨੂੰ ਉਸ ਵੇਲੇ ਕੁਐਰੀ ਰੂਪ ਦੇ ਵਿੱਚ ਮਹਾਂਪੁਰਖਾਂ ਨੇ ਗੁੰਥਨ ਕੀਤਾ। ਅਤੇ ਜਿੰਨੇ ਜਿਹੜੇ ਗੁਰਮੁਖ ਪਿਆਰੇ ਕਥਾ ਜਿਨ੍ਹਾਂ 'ਤੇ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਹੈ, ਸੰਥਾ ਸੰਪੂਰਨ ਕੀਤੀ ਹੈ, ਤਾਂ ਉੱਥੇ ਉਹ ਵੇਖ ਸਕਦੇ ਨੇ। ਪਰ ਨਾਲ ਨਾਲ ਖਿਆਲ ਰਹੇ ਕਿ ਉਹਨਾਂ ਅਰਥਾਂ ਨੂੰ ਚਿੰਤਨ ਕਰਨ ਵਾਸਤੇ ਬਹੁਤ ਸਾਰੇ ਗ੍ਰੰਥ, ਬਹੁਤ ਸਾਰੀਆਂ ਲਾਇਬ੍ਰੇਰੀਆਂ ਪੜ੍ਹਨੀਆਂ ਪੈਣੀਆਂ ਨੇ, ਕਿਉਂਕਿ ਪੈਰਲਲ ਨੌਲੇਜ ਤੋਂ ਬਿਨਾਂ ਕਦੇ ਵੀ ਇਹ ਗਿਆਨ ਸਾਡੇ ਜੀਵਨ ਦੇ ਅੰਦਰ ਸਕੂਨ ਨਹੀਂ ਦਿੰਦਾ, ਸਥਿਰਤਾ ਨਹੀਂ ਦਿੰਦਾ। ਤਾਂ ਮਹਾਂਪੁਰਖ ਇਸ ਦੇ ਜਿਹੜੇ ਅਰਥ ਹਨ, ਸਭ ਤੋਂ ਪਹਿਲੇ ਕਿ ਉਹ ਇੱਕ ਪਰਮਾਤਮਾ ਜਿਹੜਾ ਸਾਰੀਆਂ ਭਾਸ਼ਾਵਾਂ ਦਾ ਆਧਾਰਭੂਤ ਹੈ, ਪਿਆਰ ਦੇ ਰਾਹੀਂ ਕਿਸੇ ਵੀ ਭਾਸ਼ਾ ਦਾ ਮੁਹਤਾਜ ਨਹੀਂ ਹੈ, ਸਗੋਂ ਹਰ ਇੱਕ ਨੂੰ ਇੱਕ ਮੁਸਕਾਨ ਦੁਆਰਾ ਸਕੂਨ ਦੇ ਦਿੰਦਾ ਹੈ ਕਿ ਉਹ ਸਤਚਿਤ ਆਨੰਦ ਜੋ ਗੁਰੂ ਸਰੂਪ ਹੈ, ਉਹੀ ਸਤਚਿਤ ਆਨੰਦ ਤੇਰੇ ਜੀਵਨ ਦੇ ਅਨੁਰੂਪ ਹੈ। ਤਾਂ ਉਸ ਸਤਚਿਤ ਆਨੰਦ ਨੂੰ ਮਹਿਸੂਸ ਕਰਨ ਲਈ ਅਧਿਕਾਰੀ ਬਣਨ ਵਾਸਤੇ ਬਾਰ-ਬਾਰ ਅਰਦਾਸ ਕਰ, ਇੱਕ ਓੰਕਾਰ ਸਤਿਗੁਰ ਪ੍ਰਸਾਦ, ਹੇ ਇੱਕ ਓੰਕਾਰ ਸਤਿਗੁਰ ਪ੍ਰਸਾਦ, ਹੇ ਇੱਕ ਓੰਕਾਰ ਸਤਿਗੁਰ ਪ੍ਰਸਾਦ। ਫਿਰ ਕੀ ਹੋਏਗਾ? ਤੇਰੇ ਅੰਦਰ ਇੱਕ ਪਿਆਰ ਪੈਦਾ ਹੋਏਗਾ, ਤੇਰੇ ਅੰਦਰ ਗੁਰੂ ਪ੍ਰਤੀ ਇੱਕ ਸਮਰਪਣ ਪੈਦਾ ਹੋਏਗਾ। ਜਿਹੜਾ ਸਮਰਪਣ ਹੈ, ਇਹ ਸੰਸਾਰੀ ਜੀਵ ਤੋਂ ਅਧਿਕਾਰੀ ਦਾ ਸਭ ਤੋਂ ਪਹਿਲਾ ਬੇਸ ਫੁੱਟਪ੍ਰਿੰਟ ਹੈ। ਬੱਚੇ ਨੂੰ ਸਕੂਲ ਪੜ੍ਹਨ ਪਾਉਂਦੇ ਆ, ਜਾਂਦਿਆਂ ਉਹ ਆਂਟੀ ਆਂਟੀ ਕਰਦਾ ਹੈ,
ਜਦੋਂ ਉਹ ਆਂਟੀ ਨਾ ਹੋ ਕੇ ਟੀਚਰ ਬਣ ਕੇ ਦੱਸਦੀ ਹੈ ਕਿ ਬੇਟੇ ਇੱਥੇ ਆਂਟੀ ਨਹੀਂ ਬੋਲੀਦਾ, ਇੱਥੇ ਟੀਚਰ ਬੋਲੀਦਾ। ਹੌਲੀ ਹੌਲੀ ਉਸ ਨੂੰ ਬੈਠਣਾ ਸਿਖਾਇਆ ਜਾਂਦਾ ਹੈ, ਹੌਲੀ ਹੌਲੀ ਉਸ ਨੂੰ ਲੈਂਗੁਏਜ ਦੇ ਨਾਲ ਮਨੋਭਾਵ ਜੋੜਨੇ ਸਿਖਾਏ ਜਾਂਦੇ ਨੇ। ਜਿਵੇਂ ਊਠ ਵਿਖਾਇਆ, ਫਿਰ ਉਹਨੂੰ ਕਿਹਾ ਊਠ, ਫਿਰ ਉਹਦੇ ਬਾਅਦ ਕਹਿੰਦੇ ਊੜਾ, ਬੈਕਲਾਈਨ ਹੋ ਕੇ ਫਿਰ ਯੂ ਟਰਨ ਚੱਲਦੀ ਹੈ। ਤਾਂ ਇਹ ਇੱਕ ਗਿਆਨ ਦੀ ਸ਼ੁਰੂਆਤ ਹੁੰਦੀ ਹੈ। ਤਾਂ ਉਸ ਨੂੰ ਗੁਰੂ ਸਾਹਿਬ ਜੀ ਕਿ ਜਿਹੜਾ ਸੰਸਾਰੀ ਜੀਵ ਤੋਂ ਨਿਰੰਕਾਰ ਨੂੰ ਮਹਿਸੂਸ ਕਰਨ ਵਾਸਤੇ ਰਾਗ ਨਾਮ ਪ੍ਰੇਮ ਦਾ, ਮਾਲਾ ਨਾਮ ਪੰਕਤੀ ਦਾ, ਕਿ ਪ੍ਰੇਮ ਦੀ ਪੰਕਤੀ ਜਿਹੜੀ ਹੈ ਉਹ ਸੰਗੀਤ ਵਿੱਚੋਂ ਸੁਰਾਤਮਕ ਹੋ ਕੇ, ਵਿਚਾਰਾਂ ਵਿੱਚੋਂ ਅਲਫਾਜ਼ਾਂ ਦੇ ਰਾਹੀਂ ਸਿਧਾਂਤ ਰੂਪ ਹੋ ਕੇ ਜਦੋਂ ਜੀਵਨ ਨੂੰ ਤੋਰਦੀ ਹੈ। ਤੇ ਮਹਾਂਪੁਰਖ ਜੋ ਅਰਥ ਕਰਦੇ ਹੁੰਦੇ ਸਨ ਉਹਨਾਂ ਨੂੰ ਸਾਹਮਣੇ ਰੱਖ ਕੇ, ਹੋ ਸਕਦਾ ਹੈ ਕਿ ਬਹੁਤ ਸਾਰੇ ਅਰਥ ਜਿਹੜੇ ਨੇ, ਕਿਉਂਕਿ ਇਹ ਅੰਤਰੀਵ ਸਾਧਨਾ ਦੇ ਅਰਥ ਹਨ, ਇਹਨਾਂ ਦਾ ਮੁੱਖ ਮਕਸਦ ਸਾਡੇ ਚਰਿੱਤਰ ਦੇ ਨਾਲ ਹੈ ਅਰ ਸਿਧਾਂਤ ਨੂੰ ਗ੍ਰਹਿਣ ਕਰਨ ਦੇ ਨਾਲ ਹੈ। ਜੋ ਬਖਸ਼ਿਸ਼ ਕਰਦੇ ਨੇ ਸ਼ਰਵਣ ਕਰੀਏ। ਰਾਗ ਏਕ ਸੰਗ ਪੰਚ ਬਰੰਗਨ। ਤਾਂ ਅਧਿਕਾਰੀ ਜਿਹੜਾ ਗੁਰਮੁਖ ਹੈ ਉਹਦੇ 4 ਕਰੈਕਟਰਿਸਟਿਕ ਹਨ, ਵਿਵੇਕ, ਵੈਰਾਗ, ਖਟ ਸੰਪਤੀ, ਮੁਮੁਕਸ਼ਤਾ। ਤਾਂ ਅਧਿਕਾਰੀ ਲਈ ਸਭ ਤੋਂ ਪਹਿਲੇ ਰਾਗ ਏਕ, ਇੱਕ ਦੇ ਨਾਲ ਜਿਹੜਾ ਪਿਆਰ ਕਰਨਾ ਹੈ, ਜਿਸ ਦੀ ਬਦੌਲਤ ਸੰਗ ਕਹੀਏ ਉਹਦੇ ਨਾਲ 5 ਜਿਹੜੇ ਗਿਆਨ ਇੰਦਰੇ ਹਨ ਬਰੰਗਨ ਸ੍ਰੇਸ਼ਟਤਾ ਵਾਲੇ ਹੋ ਜਾਂਦੇ ਨੇ। ਸੰਗ ਅਲਾਪ ਹੈ 8 ਨੰਦਨ। ਤੇ ਨਾਲ ਹੀ ਨੰਦਨ ਜਿਹੜਾ ਜੀਵ ਹੈ, ਕਿਉਂਕਿ ਇਹ ਜੀਵ ਸੰਸਾਰੀ ਹੈ, ਮਾਇਆ ਕਰਕੇ ਅਗਿਆਨ ਕਰਕੇ ਰਚਿਤ ਹੈ। ਤਾਂ ਇਹਦੇ ਅੰਦਰ ਜਿਹੜਾ 8 ਪਹਿਰ ਸਤ ਸੰਗਤ ਵਿੱਚੋਂ ਜਸ ਉਚਾਰਨ ਦੀ ਇੱਛਾ ਬਣ ਜਾਂਦੀ ਹੈ। ਪ੍ਰਥਮ ਰਾਗ ਭੈਰੋ ਵੈ ਕਰਹੀ। ਤਾਂ ਪ੍ਰਥਮ ਸਭ ਤੋਂ ਪਹਿਲੇ ਉਸ ਦਾ ਪਿਆਰ ਇਹ ਹੈ ਕਿ ਭੈਰੋ ਡਰ ਦੇ ਅੰਦਰ ਰਹਿ ਕੇ ਵੈ ਉਹ ਜਸ ਨੂੰ ਕਰਨ ਵਾਲਾ, ਕਰਹੀ ਕਰਨ ਵਾਲਾ ਹੋ ਜਾਂਦਾ ਹੈ। ਭਾਵ ਉਹ ਗਿਆਨਵਾਨ ਹੁੰਦਿਆਂ ਹੋਇਆਂ ਨਾਲ ਨਾਲ ਵੈਰਾਗ ਨੂੰ ਲੈ ਕੇ ਤੁਰਦਾ ਹੈ, ਭੈ ਵਿੱਚ ਰਹਿੰਦਾ ਹੈ, ਤਾਂ ਕਿ ਭੈ ਰਾਹੀਂ ਪ੍ਰੇਮ ਜੀਵਨ ਦੇ ਅੰਦਰ ਸਦੀਵ ਕਾਲ ਵਸ ਕੇ ਗਿਆਨ ਇੰਦਰੀਆਂ ਨੂੰ ਕਾਬੂ ਕਰਨ ਵਿੱਚ ਯਤਨ ਕਰੇ। ਪੰਚ ਰਾਗਨੀ ਸੰਗ ਉਚਰਹੀ। ਤਾਂ ਪੰਜ ਸ੍ਰੇਸ਼ ਜਿਹੜੀ ਰਾਗਨੀ ਪ੍ਰੀਤੀ ਹੈ ਉਹਨੂੰ ਬਾਰ-ਬਾਰ ਨਾਲ ਰੱਖ ਕੇ ਜ਼ੁਬਾਨ ਦੁਆਰਾ ਉਸੇ ਦਾ ਜਸ ਉਚਾਰਨ ਕਰਨਾ, ਅੱਖਾਂ ਦੁਆਰਾ ਉਸੇ ਨੂੰ ਵੇਖਣਾ, ਕੰਨਾਂ ਦੁਆਰਾ ਉਸੇ ਨੂੰ ਸੁਣਨਾ, ਇਹ ਯਤਨ ਕਰਦਾ ਰਹਿੰਦਾ ਹੈ। ਪ੍ਰਥਮ ਭੈਰ ਵੀ ਬਿਲਾਵਲੀ। ਤਾਂ ਪ੍ਰਥਮ ਸਭ ਤੋਂ ਪਹਿਲੇ ਭੈ ਅੰਦਰ ਰਵੀ ਹੋਣ ਕਰਕੇ ਉਹਦੇ ਗਿਆਨ ਇੰਦਰੇ ਬਿਲਾਵਲੀ ਆਨੰਦ ਮਹਿਸੂਸ ਕਰਦੇ ਨੇ ਕਿ ਮੈਂ ਕਿਸੇ ਖਸਮ ਗੁਸਾਈ ਦਾ ਹਾਂ, ਮੈਂ ਕਿਸੇ ਦੇ ਹੁਕਮ ਦੀ ਤਾਮੀਲ ਕਰਨ ਵਾਲਾ ਹਾਂ, ਮੈਂ ਵਿਦਿਆਰਥੀ ਹਾਂ, ਚੈਲੰਜ ਨੂੰ ਕਬੂਲਣ ਵਾਲਾ ਹਾਂ, ਇਉਂ ਆਨੰਦ ਕਰਦਾ ਹੈ। ਪੁਨਿਆਕੀ ਗਾਵਹਿ ਬੰਗਲੀ। ਹੌਲੀ ਹੌਲੀ ਬੰਦਵੈਤ ਜਿਹੜੀ ਹੈ ਉਹਦੀ ਗਲਦੀ ਜਾਂਦੀ ਹੈ, ਘਬਰਾਹਟ ਉਸਦੀ ਘਟਦੀ ਜਾਂਦੀ ਹੈ। ਉਸੇ ਤਰ੍ਹਾਂ ਨਾਲ ਪੁਨਿਆਕੀ ਪਵਿੱਤਰਤਾ ਦੇ ਨਾਲ ਉਹ ਜਸ ਨੂੰ ਗਾਇਨ ਕਰਨਾ ਮਿਹਨਤ ਕਰਦਾ ਹੈ। ਪੁਨ ਅਸਲੇਖੀ ਕੀ ਪਈ ਬਾਰੀ। ਪੁਨः ਅਸਲੇਖੀ ਜੋ ਸ਼ੁੱਧ ਸਰੂਪ ਹੈ, ਉਹਦੇ ਜਿਹੜੇ ਸ਼ੁਭ ਗੁਣ ਹਨ, ਉਹ ਸ਼ੁਭ ਗੁਣਾਂ ਦਾ ਪ੍ਰਤਾਪ ਵੱਧਦਾ ਜਾਂਦਾ ਹੈ ਤੇ ਭਈ ਭਾਰੀ ਹੌਲੀ ਹੌਲੀ ਉਹ ਨਦੀ ਦਾ ਰੂਪ ਧਾਰਨ ਕਰ ਲੈਂਦੀ ਹੈ। ਇਹ ਭੈਰੋ ਕੀ ਪੰਚੋ ਨਾਰੀ। ਤਾਂ ਇਹ ਗਿਆਨ ਇੰਦਰੀਆਂ ਦੁਆਰਾ ਪ੍ਰਾਪਤ ਹੋਣ ਵਾਲੀ ਜਿਹੜੀ ਵਿਦਿਅਕ ਨੌਲੇਜ ਹੈ ਜਾਂ ਵੈਬ ਹੈ ਜਾਂ ਜਿਸ ਨੂੰ ਵੋਕੈਬਲਰੀ ਕਿਹਾ ਜਾਂਦਾ ਹੈ, ਤਾਂ ਇਹ ਪੰਜੇ ਹੀ ਜਿਹੜੀਆਂ ਗਿਆਨ ਇੰਦਰੀਆਂ ਹਨ ਉਹਨਾਂ ਦੁਆਰਾ ਹਾਸਲ ਹੁੰਦੀ ਹੈ। ਪੰਚਮ ਹਰਖ ਦਿਸਾਖ ਸੁਨਾਵਹਿ। ਤਾਂ ਹਰਖ ਖੁਸ਼ੀ ਦੇ ਸਹਿਤ, ਦਿਸਾਖ ਜੋ ਸਾਖੀ ਚੇਤਨ ਹੈ, ਪੰਚਮ ਉਹਦੀ ਸ੍ਰੇਸ਼ਟਤਾ ਨੂੰ ਸੁਨਾਵਹਿ ਸੁਣਾਉਣ ਵਾਲਾ ਹੋ ਜਾਂਦਾ ਹੈ। ਬੰਗਾਲ ਮਦ ਮਾਧਵ ਗਾਵਹਿ। ਤਾਂ ਉਹ ਫਿਰ ਬੰਦਵੈਤ ਨੂੰ ਗਾਲ ਕਰਕੇ ਮਦ ਜੋ ਉਹਦੇ ਹਿਰਦੇ ਦੇ ਅੰਦਰ ਮਾਧਵ ਮਾਇਆ ਦਾ ਅਧੋਪਤੀ ਪਰਮਾਤਮਾ ਹੈ, ਉਹ ਪਰਮਾਤਮਾ ਸਿਧਾਂਤ ਰੂਪ ਹੋ ਕੇ ਅਨੁਭਵ ਦਾ ਅੰਗ ਬਣ ਕੇ ਜਦੋਂ ਵਿਚਰਦਾ ਹੈ, ਉਸ ਗਿਆਨ ਰਾਹੀਂ ਉਸ ਸਮਾਜ ਵਿੱਚੋਂ ਸਿੱਖੀ ਵੀ ਜਾਂਦਾ ਹੈ ਤੇ ਸਿਖਾਈ ਵੀ ਜਾਂਦਾ ਹੈ। ਇਸੇ ਲਈ ਗੁਰੂ ਸਾਹਿਬ ਜੀ ਨੇ ਸਿੱਖ ਨੂੰ ਕਿ ਸਾਰੀ ਜ਼ਿੰਦਗੀ ਸਿੱਖਣ ਦਾ ਨਾਮ ਸਿੱਖ ਹੁੰਦਾ ਹੈ, ਔਰ ਸਿੱਖ ਸਿਖਾਉਂਦਿਆਂ ਹੋਇਆਂ ਵੀ ਸਿੱਖਦਾ ਹੈ, ਅਧਿਆਪਕ ਪੜ੍ਹਾਉਂਦਿਆਂ ਹੋਇਆਂ ਵੀ ਪੜ੍ਹਦਾ ਹੈ। ਨੋਟਿਸ ਦਾ ਮਕਸਦ ਤੇ ਸਿਰਫ ਇਹ ਸੀ, ਪਰ ਅੱਜ ਕੀ ਬਣ ਗਿਆ, ਕਹਿੰਦਾ ਵੀ ਜੇ ਕਲਾਸ ਦਾ 100 to 100 ਨਾ ਆਇਆ ਰਿਜ਼ਲਟ ਤੇ ਫਿਰ ਕੁਝ ਨਹੀਂ ਹੋਏਗਾ। 100 to 100 ਰਿਜ਼ਲਟ ਆਉਣ ਵਾਲਿਆਂ ਨੂੰ ਜਦੋਂ ਵੇਖਦੇ ਹਾਂ,
ਪਲਾਨਿੰਗਸ ਤੁਹਾਡੇ ਸਾਹਮਣੇ ਆਉਂਦੀਆਂ ਨੇ, ਪੋਲਿਊਸ਼ਨ ਹੋਰ ਇਹ ਉਹ ਸਾਰਾ ਕੁਝ ਸਾਰਾ ਫੈਲਦਾ ਨਜ਼ਰ ਆਉਂਦਾ ਹੈ, ਤਾਂ ਲੱਗਦਾ ਹੈ ਕਿ ਅੱਜ ਦੀ ਐਜੂਕੇਸ਼ਨ ਵਿੱਚ ਇਸ ਪਿਆਰ ਨੂੰ, ਇਸ ਅਨੁਭਵ ਨੂੰ, ਇਸ ਸਤਿਕਾਰ ਨੂੰ, ਕਿ ਆਉਣ ਵਾਲੀ ਪੀੜ੍ਹੀ ਵਿਦਿਆਰਥੀ ਨਹੀਂ, ਇਹ ਕੱਲ੍ਹ ਦੇ ਅਧਿਆਪਕ ਹਨ, ਇਸ ਨੂੰ ਲੈ ਕੇ ਚੱਲਣਾ ਹੋਏਗਾ। ਤਾਂ ਉਹ ਜਿਹੜਾ ਮਾਇਆ ਦਾ ਅਧੋਪਤੀ ਹੈ ਉਸ ਨੂੰ ਗਾਵਹਿ ਕਹੀਏ, ਗਾਇਨ ਕਰਦੇ ਨੇ, ਮਹਿਸੂਸ ਕਰਦੇ ਹਨ। ਲਲਤ ਵਿਲਾਵਲ ਗਾਵਹੀ ਆਪਣੀ ਆਪਣੀ ਭਾਂਤ। ਤਾਂ ਉਹਨਾਂ ਦੇ ਗਿਆਨ ਇੰਦਰੇ ਆਪਣੇ ਆਪਣੇ ਤਰ੍ਹਾਂ ਨਾਲ ਲਲਤ ਆਨੰਦ ਵਿਲਾਵਲ ਆਨੰਦ ਸਹਿਤ ਲਲਤ ਕੌਤਕਾਂ ਨੂੰ ਗਾਵਹੀ ਕਹੀਏ ਧਾਰਨ ਕਰਦੇ ਨੇ। ਅਸ਼ਟ ਪੁੱਤਰ ਭੈਰਵ ਕੇ ਗਾਵਹਿ ਗਾਇਨ ਪਤਰ। ਇਉਂ ਅਸ਼ਟ ਅਠੇ ਪਹਿਰ ਉਹ ਜਿਹੜਾ ਪੁੱਤਰ ਮਨ ਹੈ ਉਹ ਭੈ ਦੇ ਅੰਦਰ ਰਵਦਿਆਂ ਹੋਇਆਂ ਗਾਇਨ ਕਲਾ ਦੀ ਸ਼ਕਤੀ ਦੇ ਪਾਤਰ ਅਧਿਕਾਰੀ ਯੋਗ ਹੋ ਕਰਕੇ ਗਾਇਨ ਕਰਦਾ ਹੈ। ਦੁਤੀਆ ਮਾਲ ਕੌਸਕਿਆ ਲਪ ਹੈ। ਤਾਂ ਜਿਹਦੇ ਗਿਆਨ ਇੰਦਰੇ ਕਾਬੂ ਵਿੱਚ ਆ ਜਾਣ ਉਹ ਫਿਰ ਆਪਣੇ ਕਰਮ ਇੰਦਰੀਆਂ ਨੂੰ ਵੀ ਕਾਬੂ ਕਰਨ ਦੀ ਸੋਚ ਲੈਂਦਾ ਹੈ। ਇਸੇ ਲਈ ਨਰਿੰਦਰ ਕਪੂਰ ਨੇ ਆਖਿਆ ਹੈ ਕਿ ਜਦੋਂ ਜ਼ਿੰਦਗੀ ਦੇ ਅੰਦਰ ਤੁਹਾਡਾ ਗਿਆਨ ਦੂਸਰਿਆਂ ਦੇ ਨਾਲ ਸੰਵਾਦ ਕਰਨ ਦੇ ਲਈ ਥਾਂ ਲਵੇ ਤਾਂ ਤੁਹਾਨੂੰ ਆਪਣੇ ਆਪ 'ਤੇ ਕਾਬੂ ਰੱਖ ਲੈਣਾ ਚਾਹੀਦਾ ਹੈ। ਤਾਂ ਇਹ ਜਿਹੜੀ ਕਾਬੂ ਕਰਨ ਦੀ ਸ਼ਕਤੀ ਹੈ ਫਿਰ ਇਹ ਇੱਕ ਸ਼ਬਦਾਂ ਵਿੱਚੋਂ ਨਹੀਂ ਹੋਏਗੀ। ਹੋ ਸਕਦਾ ਨਰਿੰਦਰ ਸਿੰਘ ਕਪੂਰ ਦੇ ਸੇਮ ਅਲਫਾਜ਼ ਦਾ ਇਹ ਸੇਮ ਰੂਪ ਨਾ ਹੋਏ, ਪਰ ਉਹਦੇ ਕੰਸਰਨ ਜੋ ਹਨ ਉਹਨਾਂ ਦੇ ਰਾਹੀਂ ਸਾਡੇ ਕੋਲ ਵਰਤਮਾਨ ਸੰਸਕਰਣ ਆ ਜਾਂਦੇ ਹਨ। ਇਸੇ ਲਈ ਵੱਡਿਆਂ ਕੋਲੋਂ ਸਿੱਖ ਕੇ ਵਰਤਮਾਨ ਵਿੱਚ ਸਿੱਖਣ ਦਾ ਯਤਨ ਕੀਤਾ ਜਾਂਦਾ ਹੈ। ਸ਼੍ਰੀਮਾਨ ਸੰਤ ਬਾਬਾ ਸੁੰਦਰ ਸਿੰਘ ਜੀ ਨੂੰ ਜਦੋਂ ਉਹ ਅਰਥ ਕਰਦੇ ਹੁੰਦੇ ਸਨ, ਅੱਜ ਉਸ ਨੂੰ ਅਸੀਂ ਮਹਿਸੂਸ ਕਰ ਸਕਦੇ ਹਾਂ ਕਿ ਉਹਨਾਂ ਦਾ ਉਪਕਾਰ ਕਿਤੇ ਨਾ ਕਿਤੇ ਸਾਡੇ ਤੱਕ ਪਹੁੰਚਣ ਲਈ, ਚਾਹੇ ਉਹ ਸੰਤ ਗਿਆਨੀ ਕਰਮ ਸਿੰਘ ਜੀ ਮਹਾਂਪੁਰਖ ਸਨ, ਚਾਹੇ ਇਸ ਸਥਾਨ ਦੇ ਪ੍ਰਬੰਧਕ ਮਹਾਂਪੁਰਖ ਹਨ, ਚਾਹੇ ਪੜ੍ਹਨ ਵਾਲੇ ਵਿਦਿਆਰਥੀ ਹਨ, ਚਾਹੇ ਉਸ ਵਿੱਚ ਦਾਸ ਹੈ ਜਾਂ ਨਾਲ ਕਥਾ ਪੜ੍ਹਾਉਣ ਵਾਲਾ ਗੁਰਮੁਖ ਹੈ, ਕੋਈ ਵੀ ਹੈ, ਇਹ ਸਭ ਦੇ ਅੰਦਰ ਜਿਹੜਾ ਵਿਦਿਅਕ ਪ੍ਰਣਾਲੀ ਹੈ ਇਹ ਇੱਕ ਸਾਧਨ ਹੈ। ਇਸ ਸਾਧਨ ਨੂੰ ਹੀ ਜਿਹੜਾ ਟਕਸਾਲ ਕਿਹਾ ਜਾਂਦਾ ਹੈ, ਇਸ ਸਾਧਨ ਨੂੰ ਹੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚਾ ਪਾਤਸ਼ਾਹ ਜੀ ਕਿਹਾ ਜਾਂਦਾ ਹੈ। ਤਾਂ ਫਿਰ ਉਹ ਕਰਮ ਇੰਦਰੀਆਂ ਦੀ ਪ੍ਰਵਿਰਤੀ ਵਿੱਚ ਆ ਜਾਂਦਾ ਹੈ। ਤੇ ਕਰਮ ਇੰਦਰ ਜਿਹੜੇ ਹਨ ਗੁਰੂ ਸਾਹਿਬ ਆਖਦੇ ਨੇ ਦੁਤੀਆ ਮਾਲ ਕੌਸਕ ਆਲਾਪ ਹੈ। ਦੁਤੀਆ ਉਹ ਦਵੈਤ ਨੂੰ ਗਾਲ ਕੇ ਜਿਹੜਾ ਆਲਾਪ ਹੈ ਵਾਹਿਗੁਰੂ ਦਾ ਜਸ ਕਰਦੇ ਨੇ, ਤਾਂ ਉਹਨਾਂ ਦੇ ਜਸ ਕਰਨ ਦੇ ਵਿੱਚ ਫਿਰ ਮਾਲ ਕੌਸਕ ਜਦੋਂ ਆਪਣੀ ਦਵੈਤ ਨੂੰ ਮਾਲ ਮਲ ਦਿੰਦੇ ਨੇ, ਕੌਣ ਫਿਰ ਸ਼ੱਕ ਕਰੇਗਾ ਕਿ ਉਹਦੇ ਕਰਮ ਇੰਦਰੇ ਬੁਰੇ ਪਾਸੇ ਜਾ ਸਕਣ, ਜਾਂ ਕੌਣ ਸ਼ੰਕਾ ਕਰ ਸਕਦਾ ਹੈ ਕਿ ਉਹ ਬੁਰੇ ਪਾਸੇ ਜਾਏਗਾ? ਭਾਵ ਉਹ ਬੁਰੇ ਪਾਸੇ ਹਰਗਿਜ਼ ਨਹੀਂ ਜਾਂਦਾ। ਸੰਗ ਰਾਗਨੀ ਪਾਚੋ ਥਾਪੈ। ਤੇ ਨਾਲ ਰਾਗਨੀ ਪ੍ਰੀਤੀ ਦਾ ਜਿਹੜਾ ਪੰਜੇ ਹੀ ਕਰਮ ਇੰਦਰੀਆਂ ਦਾ ਵਿਸ਼ੇ ਹੈ ਉਹਨਾਂ ਨੂੰ ਥੱਪ ਹੈ ਕਿ ਇਹ ਰੋਕ ਕੇ ਰੱਖਦਾ ਹੈ। ਗੋਂਡ ਕਰੀ ਅਰਦੇਵ ਗੰਧਾਰੀ। ਗੋਂਡ ਕਰੀ ਵਿਚਾਰਵਾਨ ਹੋ ਕਰਕੇ ਉਹ ਦੇਵ ਪ੍ਰਕਾਸ਼ ਰੂਪ ਨੂੰ ਆਪਣੇ ਜੀਵਨ ਅੰਦਰ ਰੱਖਦੇ ਨੇ। ਗੰਧ ਦੁਰਗੰਧਤਾ ਦਾ ਜੋ ਅਰੀ ਵੈਰੀ, ਭਾਵ ਦੁਰਗੰਧਤਾ ਨੂੰ ਕਾਬੂ ਕਰਨ ਵਾਲਾ ਜਿਹੜਾ ਉਹਦਾ ਬੈਲੈਂਸ ਹੈ, ਕਿਉਂਕਿ ਸਾਡਾ ਜੀਵਨ ਅਗਿਆਨਤਾ ਦੇ ਆਸਰੇ ਹੈ। ਅਸੀਂ ਪਾਣੀ ਦਾ ਗਲਾਸ ਲੈਂਦੇ ਹਾਂ, ਆਪਣੇ ਮੂੰਹ ਵਿੱਚ ਉਸ ਨੂੰ ਪੀਣ ਲਈ ਪਾਉਂਦੇ ਹਾਂ। ਆਮ ਡਾਕਟਰ ਅੱਜ ਕੱਲ੍ਹ ਕਹਿਣ ਲੱਗ ਪਏ ਨੇ ਕਿ ਗਟ ਕਰਕੇ ਪਾਣੀ ਨਾ ਪੀਓ। ਕਾਰਨ ਕੀ ਹੈ? ਜਦੋਂ ਅਸੀਂ ਮੂੰਹ ਵਿੱਚ ਉਸ ਨੂੰ ਗ੍ਰਹਿਣ ਕਰਦੇ ਹਾਂ ਤਾਂ ਸਾਡਾ ਸਾਲਵੀਆ ਜਿਹੜਾ ਹੈ ਉਹਦੇ ਵਿੱਚ ਘੁਲਦਾ ਹੈ, ਫਿਰ ਸਾਡੀ ਫੂਡ ਪਾਈਪ ਵਿੱਚ ਜਾ ਕੇ ਐਂਜ਼ਾਈਮਸ ਉਸ ਦੇ ਨਾਲ ਰਲਦੇ ਨੇ, ਫਿਰ ਉਹ ਪੇਟ ਵਿੱਚ ਹਜ਼ਮ ਹੋਣ ਦੇ ਯੋਗ ਹੁੰਦਾ ਹੈ। ਤਾਂ ਇੱਕ ਤੋਂ ਬਾਅਦ ਜਦੋਂ ਅਗਾਂਹ ਨੂੰ ਜਾਂਦਾ ਤਾਂ ਇੱਕ ਕਿਰਿਆ ਹੈ, ਤੇ ਪਿਛਲੇ ਪਾਸੇ ਨੂੰ ਆਵੇ ਤੇ ਥੁੱਕਾਂ ਪਈਆਂ ਤਿੱਤ ਹੈ। ਤਾਂ ਇਸ ਲਈ ਜਿਹੜਾ ਗ੍ਰਹਿਣ ਹੈ ਉਹ ਪ੍ਰਣਾਮਵਾਦ ਰੂਪ ਵਿੱਚ ਹੁੰਦਾ ਹੈ। ਦਰਸ਼ਨ ਸ਼ਾਸਤਰ ਅੰਦਰ ਵਿਵਰਤਵਾਦ, ਪ੍ਰਣਾਮਵਾਦ, ਇਹ ਇੱਕ ਆਪਣੇ ਤਰ੍ਹਾਂ ਨਾਲ ਵਿਦਿਅਕ ਪ੍ਰਵਿਰਤੀ ਹੈ। ਤੇ ਗੁਰੂ ਸਾਹਿਬ ਜੀ ਇੱਥੇ ਜੋ ਰਾਗਾਂ ਦਾ ਨਾਮ ਗੋਂਡ ਕਰੀ ਅਰ ਦੇਵ ਗੰਧਾਰੀ, ਕਿ ਉਹਦਾ ਜਿਹੜਾ ਦੇਵ ਪ੍ਰਕਾਸ਼ ਰੂਪਤਾ ਹੈ ਉਹ ਜੀਵਨ ਦੀ ਪਵਿੱਤਰਤਾ ਦੇ ਲਈ ਦੁਰਗੰਧਤਾ ਨੂੰ ਜਿਹੜਾ ਹੈ ਕਾਬੂ ਕਰਨ ਦੇ ਯੋਗ ਹੋ ਜਾਂਦਾ ਹੈ। ਗੰਧਾਰੀ ਸਿਹਤੀ ਉਚਾਰੀ। ਤਾਂ ਉਹਦੇ ਜੀਵਨ ਅੰਦਰ ਜਿਹੜੇ ਸ਼ੁਭ ਗੁਣਾਂ ਦੀ ਸੁਗੰਧੀ ਹੈ, ਕਿ ਉਹਦੇ ਹੱਥ ਜਿਹੜੇ ਹਨ ਸੇਵਾ ਲਈ, ਪੈਰ ਜਿਹੜੇ ਹਨ ਗੁਰੂ ਚਰਨਾਂ ਵੱਲ ਤੁਰਨ ਦੇ ਲਈ, ਸੀਹੁਤੀ ਉਚਾਰੀ, ਇਸ ਲਈ ਉਹ ਇਸ ਤਰ੍ਹਾਂ ਨਾਲ ਹੋ ਕਰਕੇ ਸੀਹੁਤੀ ਇਸ ਤਰ੍ਹਾਂ ਨਾਲ ਹੋ ਕਰਕੇ ਉਚਾਰੀ ਕੀ ਜਸ ਉਚਾਰਨ ਕਰਨ ਦੇ ਯੋਗ ਹੋ ਜਾਂਦੇ ਨੇ। ਹੱਥੀਂ ਸੇਵਾ ਕਰਨ ਵਾਲੇ ਨੂੰ ਅਸੀਂ ਕਹਿੰਦੇ ਹਾਂ ਕਿੰਨਾ ਵਾਹਿਗੁਰੂ ਵਾਹਿਗੁਰੂ ਕਰਦਾ ਹੈ। ਪੈਰਾਂ ਨਾਲ ਗੁਰੂ ਘਰ ਨਿਤ ਦਿਨ ਤੁਰ ਕੇ ਆਉਣ ਵਾਲੇ ਨੂੰ
ਅਸੀਂ ਆਖਦੇ ਹਾਂ ਇਹ ਨਿੱਤ ਦਿਨ ਗੁਰਦੁਆਰੇ ਸਾਹਿਬ ਆਉਂਦਾ, ਬਹੁਤ ਵਾਹਿਗੁਰੂ ਵਾਹਿਗੁਰੂ ਕਰਦਾ ਹੈ। ਤਾਂ ਜਿਹੜਾ ਉਹਦਾ ਉਚਾਰਨ ਕਲਾ ਹੈ, ਕਰਮ ਇੰਦਰੀਆਂ ਦੁਆਰਾ ਉਹਦੀ ਜਿਹੜੀ ਕਰਮ ਦੀ ਪ੍ਰਵਿਰਤੀ ਹੈ, ਉਹੀ ਜਸ ਨੂੰ ਉਚਾਰਨ ਕਰਦੀ ਹੈ। ਤਨ ਆਸਰੀ ਪਾਚੋ ਗਾਈ। ਤਾਂ ਧਨ ਦੇ ਆਸ਼ਰਿਤ ਜਿਹੜੇ ਇਹ ਕਰਮ ਇੰਦਰੀਆਂ ਦੀ ਪ੍ਰਵਿਰਤੀ ਹੈ, ਕਿਉਂਕਿ ਮਨੁੱਖ ਸਰੀਰ ਕਰਕੇ ਜਿੰਨੇ ਕੰਮ ਕਰਦਾ ਧਨ ਦੀ ਕਮਾਈ ਕਰਨ ਲਈ ਕਰਦਾ ਹੈ। ਔਰ ਇਸੇ ਕਰਕੇ ਕਈ ਵਾਰ ਤੇ ਧਨ ਵਿਚਾਰੇ ਦੇ ਪੱਲੇ ਹੀ ਨਹੀਂ ਪੈਂਦਾ, ਜਿੰਨਾ ਆਉਂਦਾ ਓਨਾ ਹੀ ਖੁਸਕ ਜਾਂਦਾ ਹੈ। ਤਾਂ ਆਖਦੇ ਨੇ ਇਹ ਪਾਚੋ ਗਾਈ। ਤਾਂ ਉਹਨਾਂ ਨੇ ਇਹਨਾਂ ਪੰਜੇ ਹੀ ਜਿਹੜੇ ਕਰਮ ਇੰਦਰੀਆਂ ਦੁਆਰਾ ਧਨ ਦੇ ਆਸ਼ਰਿਤ ਪ੍ਰਵਿਰਤੀ ਸੀ, ਉਸ ਨੂੰ ਪਚਾਏ ਕਹੀਏ ਖਤਮ ਕਰ ਦਿੱਤਾ ਹੈ। ਭਾਵ ਉਹ ਵਾਹਿਗੁਰੂ ਤੇ ਵਿਸ਼ਵਾਸ ਕਰਨ ਵਾਲੇ ਹੋ ਜਾਂਦੇ ਨੇ ਕਿ ਜੇ ਮੇਰੇ ਵਾਹਿਗੁਰੂ ਨੇ ਮੈਨੂੰ ਬਰਕਤ ਦੇਣੀ ਹੈ ਤਾਂ ਉਹਨੇ ਆਪ ਕਿਰਪਾ ਕਰਕੇ ਦੇ ਦੇਣੀ ਹੈ। ਇਸ ਲਈ ਉਹ ਹਮੇਸ਼ਾ ਲਈ ਉਸੇ ਦਾ ਜਸ ਗਾਇਨ ਕਰਦੇ ਨੇ। ਮਾਲ ਰਾਗ ਕੋ ਸਤਸੰਗ ਲਾਈ। ਤਾਂ ਉਹਨਾਂ ਦਾ ਮਾਲ ਸਵਾਬ ਇੱਕ ਪਰਮਾਤਮਾ ਦੇ ਰਾਗ ਪ੍ਰੇਮ ਦੇ ਵਿੱਚ ਹੋ ਜਾਂਦਾ ਹੈ। ਇਸ ਲਈ ਉਹਨਾਂ ਦੇ ਜਿੰਨੇ ਵੀ ਸ਼ੰਕੇ ਹਨ ਲਾਈ ਕੀਏ ਲੈ ਹੋ ਜਾਂਦੇ ਹਨ। ਮਾਰੂ ਮਸਤ ਅੰਗ ਮੇ ਬਾਰਾ। ਤਾਂ ਉਹ ਮਸਤ ਬੇਪਰਵਾਹ ਹੋ ਕਰਕੇ ਜਿਹੜੇ ਮਾਰੂ ਕਾਮ ਆਦਿਕ ਹਨ ਉਹਨਾਂ ਦੇ ਉੱਪਰ ਕਾਬੂ ਕਰਦਿਆਂ ਵਾਰਾ ਕੀਏ ਵਰਜਿਤ ਕਰ ਲੈਂਦੇ ਨੇ। ਪ੍ਰਬਲ ਚੰਡ ਕੋ ਸਕਿਓ ਭਾਰਾ। ਪਰ ਵਿਸ਼ੇਸ਼ ਕਰਕੇ ਬਲ ਵਾਲੇ ਜਿਹੜੇ ਹਨ ਉਹਨਾਂ ਨੂੰ ਚੰਡਦਿਆਂ ਹੋਇਆਂ ਭਾਵ ਉਹਨਾਂ ਨੂੰ ਰੋਕਦਿਆਂ ਹੋਇਆਂ ਕੌਸਕ ਉਭਾਰਾ ਆਪਣੇ ਜੀਵਨ ਅੰਦਰ ਸ਼ੁਭ ਗੁਣਾਂ ਦੇ ਉਭਾਰ ਰਾਹੀਂ ਜਿਹੜੇ ਸ਼ੰਕਾਵਾਂ ਵਾਲੀਆਂ ਪ੍ਰਵਿਰਤੀਆਂ ਹਨ ਉਹਨਾਂ ਉੱਪਰ ਜ਼ੋਰ ਅਜਮਾਇਸ਼ ਰੱਖਦੇ ਹਨ। ਖੋ ਖਟ ਔ ਭੌਰ ਆਨੰਦ ਗਾਏ। ਤਾਂ ਉਹ ਖਟ ਜਿਹੜੇ ਪੰਜੇ ਕਾਮਾਦਿਕ ਅਤੇ ਨਾਲ ਮਨ, ਇਹਨਾਂ ਛੇਆਂ ਨੂੰ ਖੋ ਕਹੀਏ ਕਾਬੂ ਕਰਦਿਆਂ ਹੋਇਆਂ ਭੌਰਾ ਜਿਹੜਾ ਜਗਿਆਸੂ ਬਣ ਕੇ ਆਨੰਦ ਦੇ ਸਹਿਤ ਗਾਇਨ ਕਰਦੇ ਹਨ। ਅਸ਼ਟਮਾਲ ਕੋ ਸਤਸੰਗ ਲਾਏ। ਇਉਂ ਜਿਹੜੇ ਅੱਠੇ ਪਹਿਰ, ਅੱਠ ਜਿਹੜੇ ਜੀਵਨ ਦੇ ਅੰਦਰ ਜਿਹੜੇ ਸ਼ਬਦ ਸਪਰਸ ਰਸ ਰੂਪ ਗੰਧ ਅਤੇ ਨਾਲ ਤਿੰਨ ਜਿਹੜੇ ਸਮੇਂ ਹਨ, ਕਿਉਂਕਿ ਤਿੰਨਾਂ ਸਮਿਆਂ ਦੇ ਵਿੱਚ ਸਾਡੇ ਜੀਵਨ ਦੇ ਜਿਹੜੇ ਪ੍ਰਭਾਵ ਹਨ ਉਹ ਚੱਲਦੇ ਨੇ, ਪਾਸਟ, ਫਿਊਚਰ ਤੇ ਪ੍ਰੈਜ਼ੈਂਟ। ਤਾਂ ਉਹ ਸਾਰਿਆਂ ਦੇ ਵਿੱਚ ਇੱਕ ਪ੍ਰੇਮ ਨੂੰ ਹੀ ਲਾ ਕੇ ਜੋੜ ਕੇ ਰੱਖਦੇ ਹਨ। ਪੁਨ ਆਇਓ ਹਿੰਡੋਲ ਪੰਚ ਨਾਰ ਸੰਗ ਅਸ਼ਟ ਸੁਤ। ਤਾਂ ਇਹ ਸਰਵਣ ਦੀ ਸ਼ਕਤੀ ਹੈ। ਗਿਆਨ ਇੰਦਰੀਆਂ ਦੇ ਨਾਲ ਕਰਮ ਇੰਦਰੀਆਂ ਨੂੰ ਜੋੜਨ ਲਈ ਜਿਹੜਾ ਸਾਧਨ ਹੈ ਉਸ ਨੂੰ ਸਰਵਣ ਕਰਨਾ ਕਹਿੰਦੇ ਨੇ। ਤਾਂ ਸਰਵਣ ਦਾ ਅਰਥ ਹੁੰਦਾ ਤਾਤਪਰਯ ਨਿਸ਼ਚੈ ਕਰਨਾ। ਤਾਂ ਤਾਤਪਰਯ ਨਿਸ਼ਚੈ ਕਰਨ ਤੋਂ ਬਾਅਦ ਮੰਨਣ ਆ ਜਾਂਦਾ ਹੈ। ਤੇ ਮੰਨਣ ਵਿੱਚ ਕੀ ਹੁੰਦਾ ਹੈ, ਜੀਵ ਦੇ ਕਲਾ ਵਿੱਚ ਅਭੇਦ ਦੀਆਂ ਸਾਧਕ ਸ਼ਕਤੀਆਂ ਅਤੇ ਭੇਦ ਦੀਆਂ ਵਾਧਕ ਸ਼ਕਤੀਆਂ। ਜਿਹੜੀ ਚੀਜ਼ ਸਾਨੂੰ ਸੁਸਾਇਟੀ ਨਾਲੋਂ ਤੋੜਦੀ ਹੈ ਉਹਨੂੰ ਛੱਡਣਾ, ਜਿਹੜਾ ਕਰਮ ਸੁਸਾਇਟੀ ਨਾਲ ਸਾਨੂੰ ਜੋੜਦਾ ਉਸ ਨੂੰ ਧਾਰਨ ਕਰਨਾ, ਇਸ ਨੂੰ ਮੰਨਣ ਕਰਨਾ ਕਿਹਾ ਜਾਂਦਾ ਹੈ। ਔਰ ਇਹ ਅੱਜ ਟੁੱਟਦਿਆਂ ਸਾਡਾ ਇੰਨਾ ਟੁੱਟ ਗਿਆ ਹੈ। ਕਈ ਵਾਰ ਘਰਾਂ ਦੇ ਹਾਲਾਤ ਇਹ ਹੁੰਦੇ ਨੇ, ਇੱਕ ਬੇਟਾ ਆਸਟ੍ਰੇਲੀਆ ਬੈਠਾ ਹੁੰਦਾ ਤੇ ਦੂਜਾ ਕੈਨੇਡਾ ਬੈਠਾ ਹੁੰਦਾ ਤੇ ਬਾਪੂ ਇੱਥੇ ਬੈਠਾ ਹੁੰਦਾ, ਤੇ ਜਦੋਂ ਦੋ ਤੇ ਮੁਸੀਬਤ ਇੱਕੋ ਸਮੇਂ ਆ ਜਾਏ ਤੇ ਫਿਰ ਉਧਰ ਨੂੰ ਭੱਜਦਾ, ਕਦੇ ਉਧਰ ਨੂੰ ਭੱਜਦਾ, ਦੋਨੋਂ ਜਗ੍ਹਾ ਟਿਕਾਣੇ ਨਾ ਪਵੇ ਫਿਰ ਧਰਮ ਵੱਲ ਨੂੰ ਭੱਜਦਾ ਹੈ। ਤਾਂ ਇਹ ਸਾਡੇ ਹਾਲਾਤ ਇਸ ਕਰਕੇ ਬਣੇ ਨੇ ਕਿਉਂਕਿ ਅਸੀਂ ਪਰਿਵਾਰ ਤੋੜ ਲਏ। ਜਿਹੜੇ ਪਰਿਵਾਰ ਸਾਡੇ ਕਿਸੇ ਵੇਲੇ ਜੁਆਇੰਟ ਪੁਆਇੰਟ ਹੁੰਦੇ ਸਨ ਅੱਜ ਉਹ ਨਿਊਕਲੀਅਰ ਬਣਾ ਲਏ ਨੇ, ਤੇ ਨਿਊਕਲੀਅਰ ਬਣਾ ਕੇ ਫਿਰ ਨਿਊਕਲੀਅਰ ਬੰਬਾਂ ਵਰਗੇ ਸਾਡੇ ਹਾਲਾਤ ਬਣਦੇ ਜਾ ਰਹੇ ਨੇ। ਅਗਰ ਪਿੱਛੇ ਨੂੰ ਨਾ ਮੁੜੇ ਤਾਂ ਇਹੀ ਪੰਜਾਬ ਜਿਹੜਾ ਦੁਨੀਆ ਦਾ ਪੇਟ ਭਰਨ ਵਾਲਾ, ਦੁਨੀਆ ਨੂੰ ਸਰਬੱਤ ਦਾ ਭਲਾ ਸਿਖਾਉਣ ਵਾਲਾ, ਅੱਜ ਜੋ ਵਰਤਮਾਨ ਦੇ ਵਿੱਚ ਨਾਜ਼ੁਕਤਾ ਦਾ ਹਾਲ ਹੈ ਇਹ ਕਿਸੇ ਤੋਂ ਲੁਕਿਆ ਛਿਪਿਆ ਨਹੀਂ ਹੈ। ਤਾਂ ਇਸ ਨਾਜ਼ੁਕਤਾ ਨੂੰ ਐਸਾ ਨਹੀਂ ਕਿ ਮੋੜਿਆ ਨਹੀਂ ਜਾ ਸਕਦਾ। ਇਸੇ ਲਈ ਅਸੀਂ ਇਤਿਹਾਸ ਤੇ ਮਾਣ ਕਰਦੇ ਹਾਂ। ਅੱਜ ਵੀ ਸ਼੍ਰੀਮਾਨ ਸੰਤ ਬਾਬਾ ਸੁੰਦਰ ਸਿੰਘ ਜੀ ਨੂੰ ਯਾਦ ਕਰਦੇ ਹਾਂ। ਅੱਜ 29 ਸਾਲ ਬੀਤ ਜਾਣ ਤੋਂ ਬਾਅਦ ਸੰਤ ਬਾਬਾ ਵਰਿਆਮ ਸਿੰਘ ਜੀ ਨੂੰ ਯਾਦ ਪਏ ਕਰਦੇ ਹਾਂ। ਅੱਜ ਵੀ ਸੰਤ ਬਾਬਾ ਆਤਮਾ ਸਿੰਘ ਜੀ ਵਿੱਚ ਸੰਤ ਬਾਬਾ ਵਰਿਆਮ ਸਿੰਘ ਜੀ ਨੂੰ ਵੇਖਣ ਦਾ ਯਤਨ ਕਰਦੇ ਹਾਂ। ਹਾਂ, ਉਹ ਯਤਨ ਕਿੰਨਾ ਅਸੀਂ ਸਾਰੇ ਰਲ ਮਿਲ ਕੇ ਪੂਰਾ ਕਰ ਸਕਦੇ ਹਾਂ। ਇਹ ਇੰਸਟੀਟਿਊਸ਼ਨਲ ਬਾਡੀ ਜਿਸ ਨੂੰ ਗੁਰਦੁਆਰਾ ਕਥਾ ਪ੍ਰਕਾਸ਼ ਸਾਹਿਬ ਕਿਹਾ ਜਾਂਦਾ ਹੈ, ਇਸ ਦਾ ਨਾਮ ਹੈ। ਇਸ ਨਾਮ ਵਿੱਚ ਤੁਸੀਂ ਸਾਰੇ ਹੋ। ਜਦੋਂ ਕਥਾ ਸ਼ੁਰੂ ਹੋਈ ਸੀ ਕਿੰਨੇ ਕੁ ਸੌ ਤੇ ਹੁਣ ਕਿੰਨੇ ਹੋ ਗਏ ਹੋ। ਅਗਰ ਇਹੀ ਹੁਣ ਕੱਲ੍ਹ ਨੂੰ ਕੀ ਹੋਏਗਾ ਜਾਂ ਬਰਸੀ ਦਾ ਜਿਹੜਾ ਦਿਨ ਹੁੰਦਾ ਹੈ, ਫਿਰ ਕੋਈ ਜਿਹੜਾ ਦੁਕਾਨਾਂ 'ਤੇ ਜਾ ਕੇ ਕੋਈ ਕਿਸੇ ਤਰ੍ਹਾਂ ਜਾ ਕੇ 100 ਤਰ੍ਹਾਂ ਦੀ ਸਾਡੀ ਪ੍ਰਵਿਰਤੀ ਹੈ, ਮੈਂ ਉੱਧਰ ਨਹੀਂ ਜਾਵਾਂਗਾ। ਹਾਂ, ਇੱਕ ਬੇਨਤੀ ਜ਼ਰੂਰ ਕਰਾਂਗਾ, ਜੇ ਲੋਚਦੇ ਹੋ ਕਿ ਚੰਗੇ ਗੁਣ ਹੋਣ ਫਿਰ ਕਰਦੇ ਕਿਉਂ ਨਹੀਂ?
ਜੇ ਕਰਨਾ ਚਾਹੁੰਦੇ ਹੋ, ਰੁਕਾਵਟ ਆ ਰਹੀ ਹੈ, ਉਹਦੇ ਲਈ ਯਤਨ ਜਟਾਉਂਦੇ ਕਿਉਂ ਨਹੀਂ? ਤਾਂ ਜਿਹੜਾ ਯਤਨ ਜਟਾਉਣਾ ਹੈ ਉਸ ਨੂੰ ਆਖਿਆ ਜਾਂਦਾ ਹੈ ਮੰਨਣ। ਤਾਂ ਜਿਹੜਾ ਤੀਸਰਾ ਜਿਹੜਾ ਰਾਗ ਹੈ, ਉਸ ਰਾਹੀਂ ਜਿਹੜੇ ਤੀਸਰੇ ਹੰਡੋਲ ਰਾਗ ਦੀ ਗੱਲ ਜਿਹੜੀ ਹੈ ਅੰਕਿਤ ਕਰਦੇ ਹਨ ਭਾਈ ਸਾਹਿਬ ਗੁਰਦਾਸ ਜੀ। ਪੁਨ ਆਇਓ ਹਿੰਡੋਲ। ਜਿਵੇਂ ਜਿਵੇਂ ਇਹ ਪਵਿੱਤਰਤਾ ਗਿਆਨ ਇੰਦਰੀ ਕਰਮ ਇੰਦਰੀਆਂ ਅੰਦਰ ਆਇਓ ਆ ਗਈ ਤਾਂ ਜਿਹੜੀ ਹੰਗਤਾ ਹੈ ਡੋਲ ਜਾਂਦੀ ਹੈ। ਪੰਚਨਾਰ ਸੰਗ ਅਸ਼ਟ ਸੁੱਤ, ਅੱਠੇ ਹੀ ਜਿਹੜੇ ਪੰਜ ਸਾਡੇ ਜੀਵਨ ਦੇ ਅੰਦਰ ਵਰਤਮਾਨ ਦੇ ਵਿੱਚ ਸਾਡੇ ਜੀਵਨ ਨੂੰ ਧਾਰਨ ਕਰਨ ਵਾਲੇ ਤਿੰਨ ਕਾਲ, ਇਹਨਾਂ ਅੱਠੇ ਹੀ ਯੁਗ ਪੁੱਤਰ ਕਹੀਏ ਮਨ ਦੇ ਨਾਲ ਸਾਥ ਹੋ ਕਰਕੇ ਜਿਹੜਾ ਉਸ ਪਰਮਾਤਮਾ ਨੂੰ ਗਾਇਨ ਕਰਨ ਦੀ ਜਿਹੜੀ ਸ਼ਕਤੀ ਹੈ, ਤਾਂ ਉਹ ਪੰਜੇ ਹੀ ਜੀਵਨ ਦੇ ਜਿਹੜੇ ਸ਼ਬਦ ਸਪਰਸ਼ ਰਸ ਆਦਿ ਹਨ ਉਹਨਾਂ ਦੇ ਨਾਰਕੀਏ ਬਿਰਤੀ ਨੂੰ ਜੋੜ ਲੈਂਦੇ ਹਨ। ਉਠੈ ਤਾਨ ਕਲੋਲ ਗਾਇਨ ਤਾਰ ਮਿਲਾਵਹੀ। ਤਾਂ ਉਹਨਾਂ ਦੇ ਤਾਨ ਤਨ ਜਿਹੜਾ ਸੂਖਸ਼ਮ ਸਰੀਰ ਹੈ, ਮੰਨਣ ਦੇ ਯੋਗ ਹੋਣ ਵਾਲੀ ਜਿਹੜੀ ਪ੍ਰਵਿਰਤੀ ਹੈ, ਉਹਦੇ ਵਿੱਚ ਹੋ ਕਰਕੇ ਉਠੈ ਤਾਨ ਕਲੋਲ ਕਹੀਏ ਜੀਵਨ ਅੰਦਰ ਧਾਰਨ ਕਰਨ ਦੀ ਆਨੰਦ ਪ੍ਰਸੰਨਤਾ ਦੇ ਨਾਲ ਉਹ ਸੁਰ ਤਾਲ ਮਿਲਾ ਕਰਕੇ ਭਾਵ ਮੰਨਣ ਦੇ ਯੋਗ ਜੀਵ ਦੀਆਂ ਬਾਧਕ ਜਿਹੜੀਆਂ ਪ੍ਰਵਿਰਤੀਆਂ ਹਨ ਉਹਨਾਂ ਨੂੰ ਛੱਡ ਕੇ ਅਭੇਦਤਾ ਦੀ ਸਾਧਕ ਜਿਹੜੀ ਪ੍ਰਵਿਰਤੀਆਂ ਹਨ ਉਹਨਾਂ ਨੂੰ ਧਾਰਨ ਕਰਕੇ ਤੁਰਦਾ ਹੈ। ਤੇ ਲੰਗੀ ਦੇਵ ਕਰੀ ਆਈ। ਤਾਂ ਤਿੰਨੇ ਗੁਣਾਂ ਨੂੰ ਲੰਘ ਕੇ ਉਹਦੇ ਜੀਵਨ ਦੇ ਅੰਦਰ ਪ੍ਰਕਾਸ਼ ਰੂਪਤਾ ਆ ਜਾਂਦੀ ਹੈ। ਬਸੰਤੀ ਸੰਧੂਰ ਸੁਹਾਈ। ਤਾਂ ਜਿਹੜਾ ਦੂਰ ਬਸੰਤੀ ਜਿਹੜਾ ਬੰਦਵੈਤ ਦੇ ਨਾਲ ਜਿਹੜਾ ਉਹਦਾ ਜੀਵਨ ਦਾ ਬਸਣਾ ਸੀ ਉਹਨੂੰ ਸੰਭਲੀ ਪ੍ਰਕਾਰ ਦੂਰ ਕਰਕੇ ਸ਼ੋਭਨੀਕ ਹੋ ਜਾਂਦਾ ਹੈ। ਸਰਸ ਅਹੀਰੀ ਲੈ ਭਾਰ ਜਾ। ਲਾਲਸਾਵਾਂ ਰੂਪ ਜਿਹੜੀ ਅਹੀਰੀ ਸੱਪਣੀਆਂ ਵਰਗੀ ਪ੍ਰਵਿਰਤੀ ਬਾਰ-ਬਾਰ ਜੀਵਨ ਨੂੰ ਡੰਗ ਮਾਰਦੀ ਸੀ, ਉਸ ਨੂੰ ਭਾ ਰਜਾ ਵਾਹਿਗੁਰੂ ਦੀ ਆਗਿਆ ਵਿੱਚ ਬਣਾ ਲੈਂਦਾ ਹੈ। ਸੰਗ ਲਾਈ ਪੰਚੋ ਅਰਜਾ। ਤਾਂ ਪੰਜੇ ਹੀ ਜਿਹੜੇ ਜੀਵਨ ਦੀਆਂ ਪ੍ਰਵਿਰਤੀਆਂ ਹਨ ਪੰਜਾਂ ਤੱਤਾਂ ਦੀ ਧਾਰਨਾ ਵਿੱਚ, ਜਲ ਤੋਂ ਨਿਰਲੇਪਤਾ, ਹਵਾ ਤੋਂ ਪਵਿੱਤਰਤਾ, ਧਰਤੀ ਤੋਂ ਖਿਮਾ, ਅੱਗ ਤੋਂ ਜਿਹੜਾ ਜੀਵਨ ਦੀ ਪ੍ਰਕਾਸ਼ਤਾ, ਇਸ ਤਰ੍ਹਾਂ ਪੰਜੇ ਜਿਹੜੇ ਗੁਣ ਹਨ ਪੰਜਾਂ ਤੱਤਾਂ ਤੋਂ, ਜਿਹੜੇ ਪੰਜਾਂ ਤੱਤਾਂ ਦੀ ਸਤੋ ਅੰਸ਼ ਦੇ ਵਿੱਚੋਂ ਜਿਹੜੇ ਗਿਆਨ ਇੰਦਰੇ ਬਣਦੇ ਨੇ, ਰਜੋ ਅੰਸ਼ ਵਿੱਚੋਂ ਕਰਮ ਇੰਦਰੇ ਬਣਦੇ ਹਨ। ਤਾਂ ਇਹਨਾਂ ਸਾਰਿਆਂ ਦੇ ਵਿੱਚੋਂ ਮਲਨ ਸ਼ਤੋ ਅੰਸ਼, ਸ਼ਤੋ ਅੰਸ਼ ਇਹਦੇ ਰਾਹੀਂ ਮਾਨਸਿਕ ਪ੍ਰਵਿਰਤੀਆਂ ਬਣਦੀਆਂ ਨੇ ਜਿਨ੍ਹਾਂ ਦੇ ਵਿੱਚ ਲਾਲਸਾਵਾਂ ਦਾ ਇੱਕ ਦੌਰ ਚੱਲਦਾ ਹੈ। ਤਾਂ ਇਹਨਾਂ ਸਾਰੀਆਂ ਜਿਹੜੀਆਂ ਹਨ ਇਹਨਾਂ ਦੇ ਉੱਪਰ ਜਿਹੜਾ ਹੈ ਜੀਵਨ ਦੀ ਆਰਜਾ ਕੀ ਸ੍ਰੇਸ਼ਟਤਾ ਦੇ ਨਾਲ ਜੋੜ ਲਿਆ ਹੈ। ਸੁਰਮਾਨੰਦ ਭਾਸ ਕਰ ਆਏ। ਤਾਂ ਸੁਰਮਾ ਕਾਲਸ ਨੂੰ ਕਿਹਾ ਜਾਂਦਾ ਹੈ, ਉਹਦੇ ਅੰਦਰ ਆਨੰਦ ਕਾਲਸ ਅਗਿਆਨਤਾ ਦਾ ਲਖਾਇਕ ਹੈ। ਅਗਿਆਨਤਾ ਦੇ ਅੰਦਰ ਆਨੰਦ ਉਸ ਨੂੰ ਪ੍ਰਗਿਆਨ ਘਨ ਕਿਹਾ ਜਾਂਦਾ ਹੈ। ਸੁਸ਼ੁਪਤੀ ਅਵਸਥਾ ਦੇ ਵਿੱਚ ਜਿਹਨੂੰ ਮਹਿਸੂਸ ਕੀਤਾ ਜਾ ਸਕਦਾ ਹੈ, ਜਿਹੜਾ ਕਹਿੰਦਾ ਅੱਜ ਇੰਨਾ ਸੁੱਤਾ ਪਤਾ ਹੀ ਨਹੀਂ ਲੱਗਿਆ, ਬੜਾ ਆਨੰਦ ਆਇਆ। ਹੁਣ ਜਿਹੜਾ ਆਨੰਦ ਆਇਆ ਉਹ ਇੱਕ ਹੋਰ ਪ੍ਰਵਿਰਤੀ ਹੈ, ਪਤਾ ਹੀ ਨਹੀਂ ਲੱਗਿਆ ਇੱਕ ਹੋਰ ਹੈ। ਤਾਂ ਪਤਾ ਹੀ ਨਹੀਂ ਲੱਗਿਆ ਅਗਿਆਨ ਹੈ। ਆਨੰਦ ਆਇਆ ਤਾਂ ਸਾਖੀ ਚੇਤਨ ਜਿਹੜਾ ਮਹਿਸੂਸ ਕਰਦਾ ਏ, ਤਾਂ ਇੱਥੇ ਜਿਹੜਾ ਉਸ ਨੂੰ ਸੁਰਮਾਨੰਦ ਪਾਸ ਕਰਿਆ ਏ, ਉਹ ਜਿਹੜਾ ਆਨੰਦ ਆਤਮ ਆਨੰਦ ਜਿਹੜਾ ਹੈ ਜੀਵ ਕਲਾ ਨੂੰ ਪ੍ਰਗਿਆਨਕਨ ਅਵਸਥਾ ਦੇ ਵਿੱਚ ਪ੍ਰਾਪਤ ਹੁੰਦਾ, ਉਹਦਾ ਪ੍ਰਕਾਸ਼ ਹੋ ਆਇਆ ਹੈ। ਚੰਦਰ ਬਿੰਬ ਮੰਗਲਨ ਸੁਹਾਏ। ਤਾਂ ਚੰਦਰਮਾ ਦੇ ਪ੍ਰਤੀਬਿੰਬ ਵਾਂਗ, ਜਿਵੇਂ ਚੰਦਰਮਾ ਦਾ ਘੜੇ ਅੰਦਰ ਪ੍ਰਤੀਬਿੰਬ ਪੈਂਦਾ, ਪੂਰਾ ਸਾਫ਼ ਚੰਦਰਮਾ ਨਜ਼ਰ ਆਉਂਦਾ, ਹੁੰਦਾ ਤਾਂ ਹੈ ਜੇ ਪਾਣੀ ਹੋਵੇ, ਜੇ ਪਾਣੀ ਨਾ ਹੋਵੇ ਘੜੇ ਵਿੱਚ ਫਿਰ ਪ੍ਰਤੀਬਿੰਬ ਨਹੀਂ ਹੁੰਦਾ। ਤੇ ਮੰਗਲਨ ਸੁਹਾਏ, ਉਹ ਫਿਰ ਜਿਹੜਾ ਮੰਨਨਸ਼ੀਲ ਹੈ ਉਹਦਾ ਜੀਵਨ ਸ਼ੋਭਨੀਕ ਹੋ ਜਾਂਦਾ ਹੈ। ਸਰਸ ਬਾਨਿਓ ਆਹੇ ਬਿਨੋਦਾ। ਤਾਂ ਉਹ ਸਹਿਤ ਰਸ ਦੇ ਜਿਹੜੇ ਪ੍ਰੇਮ ਰੂਪ ਤੀਰ ਹਨ ਉਹਨਾਂ ਦੇ ਨਾਲ ਜਿਹੜਾ ਵਿਨੋਦ ਮਸਤੀ ਹੈ, ਜਿਹੜਾ ਸ਼ਿੰਗਾਰ ਰਸ ਦੇ ਪਦਾਰਥ ਹਨ, ਜਵਾਨੀ ਦਾ ਜਿਹੜਾ ਰਸ ਹੈ ਉਸ ਨੂੰ ਬਿੰਨ ਕੇ ਰੱਖਦਾ, ਭਾਵ ਕਾਬੂ ਰੱਖਦਾ। ਉਹ ਨੌਜਵਾਨ ਜ਼ਿੰਮੇਵਾਰ ਮਾਂ ਬਾਪ ਬਣਨ ਦੇ ਯੋਗ ਹੁੰਦਾ, ਚਾਹੇ ਉਹ ਧੀ ਹੋਏ ਚਾਹੇ ਉਹ ਪੁੱਤਰ ਹੋਏ। ਤਾਂ ਉਹ ਜੀਵਨ ਦੀ ਸ਼ਕਤੀ ਆਪਣੇ ਮਾਂ ਬਾਪ ਕੋਲੋਂ ਸਿੱਖ ਲੈਂਦਾ। ਉਹ ਜਾਣ ਲੈਂਦਾ ਕਿ ਕਪਲ ਜੀਵਨ ਇੱਕ ਤਰ੍ਹਾਂ ਦੀ ਕੰਟਰੀਬਿਊਸ਼ਨ ਹੈ, ਪਰ ਮਾਂ ਬਾਪ ਇੱਕ ਕੁਰਬਾਨੀ ਦਾ ਨਾਮ ਹੈ।
ਉਹ ਫਿਰ ਜ਼ਿੰਦਗੀ ਨੂੰ ਖੜਮਸਤ ਨਹੀਂ ਹੋਣ ਦਿੰਦਾ, ਸਗੋਂ ਜ਼ਿੰਦਗੀ ਦੇ ਅੰਦਰ ਮਸਤ ਪ੍ਰਮਾਤਮਾ ਨੂੰ ਆਪਣੇ ਨਾਲ ਮਹਿਸੂਸ ਕਰਦਾ ਹੈ। ਗਾਵਹਿ ਸਰਸ ਬਸੰਤ ਕਮੁਦਾ। ਤਾਂ ਕਮੁਦਨੀਆਂ ਦੇ ਵਾਂਗ, ਜਿਵੇਂ ਚੰਦਰਮਾ ਨੂੰ ਵੇਖ ਕੇ ਕਮੁਦਨੀਆਂ ਪ੍ਰਸੰਨ ਹੁੰਦੀਆਂ ਹਨ, ਸਹਿਤ ਰਸ ਦੇ ਉਹ ਆਪਣੀ ਬਿਰਤੀ ਦੇ ਵਿੱਚ ਉਸ ਪਰਮਾਤਮ ਦੇਵ ਨੂੰ ਮਾਣਦਾ ਹੈ। ਅਸ਼ਟ ਪੁੱਤਰ ਮੈਂ ਕਹੇ ਸਵਾਰੀ। ਤਾਂ ਉਹ ਅੱਠੇ ਪਹਿਰ ਪੁੱਤਰ ਪਵਿੱਤਰ ਮਨ ਦੇ ਸਹਿਤ ਹੋ ਕਰਕੇ ਆਪਣੇ ਜੀਵਨ ਨੂੰ ਸਵਾਰ ਕੇ ਜਸ ਆਖਦੇ ਹਨ। ਪੁਨਿਆਈ ਦੀਪਕ ਕੀ ਬਾਰੀ। ਪੁੰਨ ਪਵਿੱਤਰਤਾ ਦੇ ਸਹਿਤ ਦੀਪ ਪ੍ਰਕਾਸ਼ ਰੂਪ ਜਿਹੜਾ ਹੈ ਉਹਦੀ ਜੀਵਨ ਦੇ ਅੰਦਰ ਇੱਕ ਝਲਕ ਜਿਹੜੀ ਹੈ ਮਹਿਸੂਸ ਹੁੰਦੀ ਹੈ। ਕਛੇਲੀ ਪਟ ਮੰਜਰੀ ਟੋਡੀ ਕਹੀ ਅਲਾਪ। ਤਾਂ ਕਛੇਲੀ ਛਲ ਕਰਨ ਵਾਲੀ ਜਿਹੜੀ ਹੈ ਉਸ ਨੂੰ ਪਟ ਕੇ ਦੂਰ ਕਰ ਦਿੱਤਾ ਹੈ। ਟੋਡੀ ਜਿਹੜੀ ਮਾਤ ਭਾਸ਼ਾ ਹੈ ਜਾਂ ਦੇਸੀ ਭਾਸ਼ਾ ਹੈ, ਦੇਸੀ ਭਾਸ਼ਾ ਦੇ ਵਿੱਚ ਪਿਆਰ ਜਿਹੜਾ ਹੈ ਸਭ ਤੋਂ ਮੁੱਢਲਾ ਰੂਪ ਹੁੰਦਾ ਹੈ। ਇਸੇ ਕਰਕੇ ਅਨਪੜ੍ਹ ਨੂੰ ਅਗਰ ਪੜ੍ਹਾਉਣਾ ਹੈ ਤਾਂ ਉਹਦੇ ਅੰਦਰ ਪਿਆਰ ਪੈਦਾ ਕਰਨਾ ਪੈਂਦਾ। ਬੱਚੇ ਨੂੰ ਬੋਲਣਾ ਸਿਖਾਉਣਾ ਹੈ ਤਾਂ ਉਹਨੂੰ ਹਸਾਉਣ ਲਈ ਪਿਆਰ ਪੈਦਾ ਕਰਨਾ ਪੈਂਦਾ ਹੈ। ਤਾਂ ਇਹ ਜਿਹੜੀ ਮਾਤਰ ਦੇਸ਼ ਭਾਸ਼ਾ ਹੈ, ਜਾਂ ਕਿਉਂਕਿ ਟੋਡੀ ਦਾ ਅਰਥ ਦੇਸੀ ਕੀਤਾ ਜਾਂਦਾ ਹੈ, ਤਾਂ ਉਹ ਵੀ ਇਸੇ ਤਰ੍ਹਾਂ ਜਸ ਅਲਾਪ ਕਰਦੇ ਹਨ। ਕਾਮੋਦੀਓ ਗੁਜਰੀ ਸੰਗਦੀਪ ਕੇ ਥਾਪ। ਤਾਂ ਕਾਮ ਆਦਿਕ ਜਿਹੜਾ ਉਦੇ ਹੋਣ ਵਾਲੇ ਨੇ ਉਹ ਸਾਰੇ ਉਜੜ ਜਾਂਦੇ ਨੇ, ਗੁਜ਼ਰ ਜਾਂਦੇ ਨੇ। ਦੀਪਕ ਕਹੀਏ ਜਦੋਂ ਅਨੁਭਵਤਾ ਦਾ ਪ੍ਰਕਾਸ਼ ਜੀਵਨ ਨਾਲ ਜੁੜ ਜਾਂਦਾ ਹੈ। ਕਾਲੰਕਾ ਕੁੰਤਲਿਓ ਰਾਮਾ। ਤਾਂ ਗੁਨਾਹ ਪਾਪ ਰੂਪ ਜਿਹੜੇ ਜੀਵਨ ਦੇ ਅੰਦਰ ਬੁਰਾਈਆਂ ਹਨ ਉਹ ਸਾਰੀਆਂ ਰਾਵਾਂ ਕੀ ਰਮ ਜਾਂਦੀਆਂ, ਦੂਰ ਹੋ ਜਾਂਦੀਆਂ ਨੇ। ਕਮਲ ਕੁਸਮ ਚੰਪਕ ਕੇ ਨਾਮਾ। ਤਾਂ ਉਹਦੇ ਲਈ ਚਾਹੇ ਉਹ ਚੰਪਕ ਚੰਬੇ ਦਾ ਤੇ ਚਾਹੇ ਕਮਲ ਦਾ, ਤਾਂ ਕਮਲ ਤੇ ਚੰਬੇ ਦੇ ਫੁੱਲ ਵਾਂਗ ਉਹਨਾਂ ਲਈ ਪ੍ਰਮਾਤਮਾ ਦਾ ਨਾਮ ਹੀ ਹਰ ਪਾਸੇ ਚੰਗਿਆਈ ਹੀ ਚੰਗਿਆਈ, ਚੰਗੇ ਗੁਣ ਸਿੱਖਣ ਦਾ ਸਰੋਤ ਬਣ ਜਾਂਦਾ ਹੈ। ਉਹ ਬੁਰੇ ਕੋਲੋਂ ਵੀ ਸਿੱਖਦਾ ਕਿ ਸ਼ੁਕਰ ਹੈ ਮੇਰੇ ਪਰਮਾਤਮਾ ਨੇ ਮੈਨੂੰ ਬੁਰਾਈ ਤੋਂ ਬਚਾ ਲਿਆ। ਇਸ ਲਈ ਉਹਦੀ ਮੰਨਣਸ਼ੀਲਤਾ ਜਿਹੜੀ ਹੈ ਉਹ ਜੀਵਨ ਨੂੰ ਚੰਗੇ ਰਸਤੇ ਤੇ ਲਿਆਉਂਦੀ ਹੈ। ਗੌਰਵ ਕੰਦਰਾ ਕਲਿਆਣਾ। ਇਸ ਲਈ ਉਹਨਾਂ ਦੀ ਵਿਚਾਰਧਾਰਾ ਜਿਹੜੀ ਹੈ ਕਲਿਆਣਕਾਰੀ ਜੀਵਨ ਦੀ ਹੋ ਜਾਂਦੀ ਹੈ। ਅਸ਼ਟ ਪੁੱਤਰ ਦੀਪਕ ਕੇ ਜਾਨਾ। ਇਉਂ ਇਹ ਜਿਹੜਾ ਤਿੰਨੇ ਸਮੇਂ ਜਿਹੜੇ ਹਨ, ਤਿੰਨ ਗੁਣਾਂ ਦੇ ਵਿੱਚ ਜੀਵਨ ਦੀਆਂ ਲਾਲਸਾਵਾਂ ਤੇ ਕਾਬੂ ਪਾਉਣ ਵਾਸਤੇ ਮਨ ਅਤੇ ਬੁੱਧ ਅੱਠ ਬਣ ਜਾਂਦੇ ਨੇ। ਅੱਠੇ ਹੀ ਜਿਹੜੇ ਹਨ ਪਰਮਾਤਮਾ ਦਾ ਨਾਮ ਚਿੰਤਨ ਸਰੂਪ ਹੋ ਜਾਂਦੇ ਹਨ। ਸਭ ਬਿਲ ਸ੍ਰੀ ਰਾਗਵੈ ਗਾਵਹਿ। ਵੈ ਉਹ ਜਿਨ੍ਹਾਂ ਦੇ ਅੰਦਰ ਸ਼੍ਰੋਮਣੀ ਪਰਮਾਤਮਾ ਦਾ ਪ੍ਰੇਮ ਆ ਜਾਂਦਾ, ਨਦਿਆਸਨ ਬਣ ਜਾਂਦੇ ਨੇ। ਬਾਰ-ਬਾਰ ਉਹਨਾਂ ਦਾ ਪਰਮਾਤਮਾ ਨੂੰ ਯਾਦ ਕਰਨਾ ਪਰਮਾਤਮਾ ਦੀ ਮਿਹਰਬਾਨੀ ਬਣ ਜਾਂਦੀ ਹੈ। ਇਸ ਲਈ ਉਹ ਜਿਹੜੇ ਨੇ ਸ਼੍ਰੋਮਣੀ ਪਰਮਾਤਮਾ ਦੇ ਪ੍ਰੇਮ ਵਿੱਚ ਹੋ ਕੇ ਹੀ ਗਾਇਨ ਕਰਦੇ ਨੇ। ਪੰਚੋ ਸੰਗ ਬਰੰਗਨ ਲਾਵਹਿ। ਤਾਂ ਬਰੰਗਨ ਸ੍ਰੇਸ਼ਟਤਾ ਦੇ ਸਹਿਤ ਉਹ ਆਪਣੇ ਜੀਵਨ ਨੂੰ ਪੰਜੇ ਵਕਤ ਜਿਹੜੇ ਹਨ ਪਰਮਾਤਮਾ ਦੇ ਚਿੰਤਨ ਅੰਦਰ ਜੋੜਦੇ ਹਨ। ਬੈਰਾਰੀ ਕਰਨਾਟੀ ਧਰੀ। ਤਾਂ ਉਹਨਾਂ ਦੀ ਜ਼ਿੰਦਗੀ ਚੋਂ ਬੈਰ ਦਾ ਅਰੀ ਕੀ ਹੈ? ਨਿਮਰਤਾ। ਅਤੇ ਕਰਨਾਟੀ ਕਰਨਾ ਕੀ ਹੁੰਦੀ? ਦਇਆ। ਤਾਂ ਉਹ ਹਮੇਸ਼ਾ ਲਈ ਨਿਮਰਤਾ, ਗਰੀਬੀ ਅਤੇ ਕਿਰਪਾ ਦੀ ਖਾਣ ਵਿੱਚ ਹੀ ਆਪਣੇ ਜੀਵਨ ਨੂੰ ਟਿਕਾਉਂਦੇ ਹਨ। ਗਵਰੀ ਗਾਵਹਿ ਆਸਾਵਰੀ। ਵਿਚਾਰਧਾਰ ਹੋ ਕਰਕੇ ਉਹ ਆਪਣੀਆਂ ਆਸਾਵਾਂ ਨੂੰ ਜਿਹੜਾ ਹੈ ਉਹ ਪਾਸੇ ਕਰ ਦਿੰਦੇ ਹਨ, ਹਮੇਸ਼ਾ ਵਾਹਿਗੁਰੂ ਦੇ ਸਕੂਨ ਵਿੱਚ ਰਹਿੰਦੇ ਹਨ। ਤੇ ਪਾਛੈ ਸਿੰਧਵੀ ਅਲਾਪੀ। ਤਾਂ ਉਹਨਾਂ ਦੀ ਤੇ ਤ੍ਰਿਸ਼ਨਾ ਪਿੱਛੇ ਰਹਿ ਜਾਂਦੀ ਹੈ। ਸਿੰਧ ਵੀ ਸਮੁੰਦਰ ਵਾਂਗ, ਕਿ ਜਿਵੇਂ ਸਮੁੰਦਰ ਦਾ ਖਾਰਾ ਪਾਣੀ ਜਲ ਹੈ, ਉਹਦੀ ਇਵੈਪੋਰੇਸ਼ਨ ਜਿਹੜਾ ਬੱਦਲ ਦਾ ਰੂਪ ਹੋ ਕੇ ਪੂਰੇ ਸੰਸਾਰ ਦੀ ਸੰਤੁਸ਼ਟਤਾ ਕਰਦਾ। ਪਹਿਲਾ ਪਾਣੀ ਜੀਵ ਦਿੰਦਾ ਹੈ। ਇਸੇ ਤਰ੍ਹਾਂ ਨਾਲ ਉਹ ਪਦਾਰਥਾਂ ਦੀ ਜਿਹੜਾ ਪ੍ਰਭਾਵ ਹੈ, ਜਿਹੜਾ ਪਦਾਰਥਾਂ ਦਾ ਖਾਰਾਪਣ ਹੈ, ਉਹ ਉਹਨਾਂ ਦੇ ਕਾਬੂ ਨਹੀਂ ਹੁੰਦੇ, ਸਗੋਂ ਆਪਣੇ ਆਪ ਨੂੰ ਉਸ ਪਰਮਾਤਮਾ ਦੀ ਜਿਹੜਾ ਉਹ ਸਾਰਿਆਂ ਅੰਦਰ ਸਭ ਹੈ ਕਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੋਲਾ ਰੇ ਅਲਾਪਚਾਰੀ ਕਰਦੇ ਨੇ। ਸ਼੍ਰੀ ਰਾਗ ਸਿਉ ਪੰਚੋ ਥਾਪੀ। ਇਸ ਲਈ ਉਹ ਸ਼੍ਰੀ ਰਾਗ ਦੇ ਨਾਲ ਜੁੜ ਕਰਕੇ ਜਿਹੜੇ ਪੰਜੇ ਹੀ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਹਨ, ਉਹਨਾਂ ਨੂੰ ਥਾਪੀ ਕੀ ਰੋਕ ਦਿੰਦੇ ਨੇ, ਭਾਵ ਉਹਨਾਂ ਨੂੰ ਵਰਜ ਦਿੰਦੇ ਨੇ। ਵਰਜਣ ਦਾ ਇੱਥੇ ਮਤਲਬ ਇਹ ਨਹੀਂ ਹੈ ਕਿ ਉਹਦੇ ਨਾਲੋਂ ਟੁੱਟ ਜਾਂਦੇ ਹਨ, ਉਹ ਇਹਨਾਂ ਨੂੰ ਵਰਤਣ ਦੀ ਕਲਾ ਸਿੱਖ ਜਾਂਦੇ ਨੇ। ਕਾਮ ਦਾ ਮਤਲਬ ਸੰਤਾਨ ਉਤਪਤੀ ਹੁੰਦਾ, ਕ੍ਰੋਧ ਦਾ ਮਤਲਬ ਪਰਸਨੈਲਿਟੀ ਡਿਵੈਲਪਮੈਂਟ ਹੁੰਦਾ, ਲੋਭ ਦਾ ਮਤਲਬ ਆਪਣੇ ਜੀਵਨ ਅੰਦਰ ਪ੍ਰੋਸਪੈਰਿਟੀ ਨੂੰ ਸਥਾਪਿਤ ਕਰਨਾ ਹੁੰਦਾ। ਤਾਂ ਉਹਨਾਂ ਦੇ ਇਹ ਪੰਜੇ ਹੀ ਜਿਹੜੇ ਔਗਣ ਹਨ ਹੁਨਰ ਬਣ ਜਾਂਦੇ ਹਨ।
ਇਸੇ ਲਈ ਸਿਆਣੇ ਕਹਿੰਦੇ ਨੇ, ਜਿਹਨੂੰ ਪੜ੍ਹਨ ਵਿੱਚ ਜਿੰਨੀ ਦਿੱਕਤ ਆਵੇ ਉਹ ਸਮਝੇ ਵੀ ਰੱਬ ਦੀ ਉੱਡੀ ਵੱਡੀ ਮਿਹਰ ਹੈ, ਉਹਨੂੰ ਰੱਬ ਕੁਝ ਹੋਰ ਕਰਵਾ ਕੇ ਵਿਖਾਉਣਾ ਚਾਹੁੰਦਾ ਹੈ ਜਿਹੜਾ ਪਹਿਲੇ ਕਿਸੇ ਹੋਰ ਕੋਲ ਨਹੀਂ ਹੈ। ਤਾਂ ਇਹ ਅਗਿਆਨ ਦਾ ਮਕਸਦ ਹੀ ਗਿਆਨ ਨੂੰ ਸਥਾਪਿਤ ਕਰਨਾ ਹੁੰਦਾ ਹੈ। ਕਥਨ ਦਾ ਮਕਸਦ ਹੀ ਅਕਥ ਨੂੰ ਵੇਖਣਾ ਹੁੰਦਾ ਹੈ। ਤਾਂ ਉਹਦੇ ਲਈ ਅਕਥ ਦਾ ਅਰਥ ਜਿਸ ਤਰ੍ਹਾਂ ਨਾਲ ਅਸੀਂ ਬਹੁਤਾਤ ਵਿੱਚ ਸਮਝਦੇ ਹਾਂ ਕਿ ਕਥਨ ਵਿੱਚ ਨਾ ਆਉਣ ਦਾ ਮਤਲਬ ਜਿਹੜਾ ਸਾਡੇ ਕਥਨ ਵਿੱਚ ਨਹੀਂ ਹੈ। ਕਥਨ ਵਿੱਚ ਨਾ ਆਉਣ ਦਾ ਮਤਲਬ ਜਿਸ ਨੂੰ ਅਸੀਂ ਕਥਨ ਕਰਨ ਦੀ ਸਮਰੱਥਾ ਵਿੱਚੋਂ ਆਪਣੇ ਅਕਥ ਨਾਲ ਇਕਾਗਰ ਹੋਣਾ ਹੈ। ਵਿਦਿਆ ਦਾ ਮਤਲਬ ਬੰਧਨ ਨਹੀਂ ਹੈ, ਨਹੀਂ ਤੇ ਪੜ੍ਹ ਗੱਡੀ ਲੱਦੀ ਹੈ ਵੀ ਇਸੇ ਦੇ ਵਿੱਚੋਂ ਹੀ ਨਿਕਲਦੇ ਹਨ। ਇਸ ਲਈ ਜਿਹੜਾ ਸਤਿਗੁਰੂ ਜੀ ਰਾਗਾਂ ਦੇ ਪ੍ਰੇਮ ਵਿੱਚੋਂ ਸ਼੍ਰੀ ਮਾਨ ਸੰਤ ਬਾਬਾ ਸੁੰਦਰ ਸਿੰਘ ਜੀ ਮਹਾਂਪੁਰਖਾਂ ਨੇ ਜੋ ਬਖਸ਼ਿਸ਼ ਕੀਤੀ ਹੈ ਕਿ ਜਿਹੜਾ ਹੈ ਸ੍ਰੀ ਰਾਗ ਸਿਉ ਪੰਚੋ ਥਾਪੀ, ਉਹ ਪੰਜੇ ਹੀ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਜਿਹੜੇ ਹਨ ਉਹਨਾਂ ਨੂੰ ਵਰਜ ਕੇ ਚੰਗੇ ਪਾਸੇ ਵੱਲ ਤੋਰ ਲੈਂਦੇ ਹਨ। ਸਾਲੂ ਸਾਰਗ ਸਾਗਰਾ ਔਰ ਗੋਂਡ ਗੰਭੀਰ। ਤਾਂ ਸਾਗਰਾ ਸਮੁੰਦਰ ਵੱਲ ਜਿਹੜਾ ਸੰਸਾਰ ਹੈ, ਇਸੇ ਦੇ ਅੰਦਰ ਉਹ ਸਾਲੂ ਆਪਣਾ ਘਰ ਬਣਾ ਕੇ ਸਹਿਤ ਰਸ ਦੇ ਆਪਣੇ ਰਾਗ ਆਨੰਦ ਦੇ ਨਾਲ ਜਿਹੜਾ ਪਰਮਾਤਮਾ ਦਾ ਜਸ ਉਚਾਰਨ ਕਰਦੇ ਨੇ ਔਰ ਗੋਂਡ ਗੰਭੀਰ ਅਤੇ ਗੰਭੀਰਤਾਈ ਨਾਲ ਵਿਚਾਰਵਾਨ ਹੋ ਜਾਂਦੇ ਹਨ। ਅਸ਼ਟ ਪੁੱਤਰ ਸ੍ਰੀ ਰਾਗ ਕੇ ਗੁੰਡ ਕੁੰਭ ਹਮੀਰ। ਹਮੀਰ ਸੂਰਮਿਆਂ ਵਾਲਾ, ਉਹ ਜਿਹੜਾ ਕੁੰਭ ਸਾਰਿਆਂ ਅੰਦਰ ਮਿਲਿਆ ਹੋਇਆ ਪਰਮਾਤਮਾ ਹੈ, ਉਸ ਨੂੰ ਅੱਠੇ ਪਹਿਰ ਹੀ ਆਪਣੇ ਜੀਵਨ ਦੇ ਨਾਲ ਨੇੜੇ ਹੋਇਆ ਜਾਣਦੇ ਹਨ। ਖਸ਼ਟਮ ਮੇਘ ਰਾਗ ਵੈ ਗਾਵਹਿ। ਤਾਂ ਖਸ਼ਟਮ ਮੇਘ ਰਾਗ ਵੈ ਗਾਵਹਿ, ਮੇਘ ਨਾਮ ਬੱਦਲ ਦਾ ਹੁੰਦਾ, ਰਾਗ ਨਾਮ ਪ੍ਰੇਮ ਦਾ ਹੁੰਦਾ। ਤਾਂ ਪ੍ਰੇਮ ਦੇ ਬੱਦਲ ਰਾਹੀਂ ਕੌਣ ਹੁੰਦੇ ਨੇ? ਸਵਰੂਪ। ਪ੍ਰੇਮ ਦਾ ਬੱਦਲ ਸਵਰੂਪ ਸਤਿਗੁਰੂ ਸਾਹਿਬ ਜੀ ਨੇ। ਤਾਂ ਸਤਿਗੁਰ ਸਾਹਿਬ ਜੀ ਜੀਵ ਵਿੱਚ ਅਤੇ ਈਸ਼ਵਰ ਵਿੱਚ ਦੋਨਾਂ ਦੇ ਅੰਦਰ ਜਹਿਤੀ ਲਕਸ਼ਣਾ, ਅਜਹਿਤੀ ਲਕਸ਼ਣਾ, ਭਾਗ ਤਿਆਗ ਲਕਸ਼ਣਾ, ਜਾਂ ਇਹਨਾਂ ਨੂੰ ਦੂਸਰੇ ਅਗਰ ਅਸੀਂ ਗੁਰਸਿੱਖੀ ਦੇ ਸ਼ਬਦਾਂ 'ਚ ਵੇਖਣਾ ਹੋਵੇ, ਸੇਵਾ ਰਾਹੀਂ, ਸਿਮਰਨ ਰਾਹੀਂ, ਵਿਚਾਰ ਧਾਰਕ ਜਿਹੜਾ ਵਰਤਮਾਨ ਵਿਦਿਆ ਹੈ, ਜਿਹੜੀ ਸਾਡੀ ਵਿਦਿਆ ਜਦੋਂ ਤੋਂ ਵਿਤਪੱਤੀ ਹੋ ਕੇ ਚੱਲਦੀ ਹੈ ਉਦੋਂ ਤੋਂ ਲੈ ਕੇ ਵਰਤਮਾਨ ਤੱਕ ਹੈ, ਤਾਂ ਵਿਦ ਨਾਮ ਜਾਣਨ ਦਾ ਹੁੰਦਾ ਹੈ। ਤਾਂ ਜਾਣਨ ਦੇ ਯੋਗ ਜਿਹੜੇ ਗੁਰੂ ਸਾਹਿਬ ਜੀ ਇਹ ਜੀਵਨ ਨੂੰ ਬਣਾਉਣ ਵਾਲੇ ਨੇ। ਖੌਖਟ ਆਓ ਪੜਿਓ ਜ਼ਰਾ। ਖਸ਼ਟਮ ਮੇਘ ਰਾਗ। ਖਸ਼ਟਮ ਮੇਘ ਰਾਗ ਵੈ ਗਾਵੈ, ਵੈ ਉਹ ਜਿਹੜੇ ਨੇ ਖਸ਼ਟਮ 6 ਜਿਹੜਾ ਸ਼ਬਦਾਦ ਅਤੇ ਮਨ, ਇਹਨਾਂ ਦੋਨਾਂ ਦੇ ਅੰਦਰ ਏਕਤਾ ਲਿਆਉਣ ਵਾਸਤੇ ਕਿ ਇੱਕ ਪੰਜਾਂ ਤੱਤਾਂ ਦੇ ਨਾਲ ਸੰਸਾਰ ਸਿਰਜਿਆ ਹੋਇਆ। ਪੰਜ ਤੱਤ ਕਰ ਤੁਧ ਸ੍ਰਿਸ਼ਟ ਸਭ ਸਾਜੀ, ਛੇਵਾਂ ਕਰਿਓ ਜੇ ਕਿਛ ਕੀਤਾ ਹੋਵੇ, ਇੱਕ ਪੰਜ ਤੱਤ ਕੋ ਤਨ ਰਚਿਓ। ਤਾਂ ਸੰਸਥਾਗਤ ਵੀ ਮਨੁੱਖ ਹੀ ਕੰਮ ਕਰਦਾ ਹੈ, ਸਰੀਰ ਕਰਕੇ ਵੀ ਮਨੁੱਖ ਹੀ ਕੰਮ ਕਰਦਾ ਹੈ। ਜਿਵੇਂ ਜਿਵੇਂ ਇਹ ਟੁੱਟਦਾ ਗਿਆ, ਹਾਲਾਤ ਇਹ ਹੋ ਗਏ ਹਨ ਕਿ ਵਰਤਮਾਨ ਵਿੱਚ ਸਤਿਗੁਰੂ ਨੂੰ ਅਸੀਂ ਕਿੰਨਾ ਕੁ ਮਹਿਸੂਸ ਕਰਦੇ ਹਾਂ। ਕਥਾ ਕਿਉਂਕਿ ਇਹ ਲੜੀਵਾਰ ਅਗਰ ਇਸੇ ਨੂੰ ਜਿਸ ਤਰ੍ਹਾਂ ਇਤਿਹਾਸ ਨੂੰ ਨਾਲ ਜੋੜਨਾ ਹੁੰਦਾ ਤੇ 6 ਘੰਟੇ 'ਚ ਵੀ ਸੰਪੂਰਨ ਨਹੀਂ ਸੀ ਹੋਣੀ। ਤੇ ਸਾਡੇ ਵਿੱਚ ਤੇ 3 ਘੰਟੇ ਬੈਠਣ ਦੀ ਸ਼ਕਤੀ ਨਹੀਂ ਹੈ, 6 ਘੰਟੇ ਕਿੱਥੋਂ ਬੈਠ ਜਾਂਦੇ। ਹੁਣ ਇਹ ਜਿਹੜੀ ਟਾਈਮਿੰਗ ਹੈ, ਜਿਹੜੀ ਗਿਣਤੀ ਹੈ, ਇਹਦਾ ਮਕਸਦ ਕੀ ਸੀ? ਗਿਣਤੀ ਦਾ ਮਕਸਦ ਸੀ ਅਣਗਿਣਤ ਨੂੰ ਪਹੁੰਚ ਵਿੱਚ ਜੋੜ ਲੈਣਾ। ਹੁਣ ਇਹ ਪਹੁੰਚ ਵਿੱਚ ਤਾਂ ਜੋੜਿਆ ਜਾਏਗਾ ਜੇ ਅਸੀਂ ਨਿਤ ਦਿਨ ਇਸ ਕਿਰਿਆ ਵਿੱਚ ਜੁੜੇ ਹੋਏ ਹੋਵਾਂਗੇ। ਨਿਤ ਦਿਨ ਅਸੀਂ ਤਾਂ ਜੁੜ ਸਕਦੇ ਹਾਂ ਜੇ ਸਾਡੇ ਕੋਲ ਵੈਰਾਈਟੀ ਹੋਏਗੀ। ਘਰੇ ਕੰਮ ਕੀਤਾ, ਮਨ ਅੱਕ ਗਿਆ, ਗੁਰਦੁਆਰੇ ਸਾਹਿਬ ਆ ਕੇ ਲੱਗ ਗਿਆ, ਮਨ ਅੱਕ ਗਿਆ, ਕਿਸੇ ਪਿੰਡ ਵਿੱਚ ਦੂਜਿਆਂ ਦੇ ਨਾਲ ਸਮਾਜ ਸੇਵਾ ਵਿੱਚ ਜੁੜ ਗਿਆ, ਮਨ ਅੱਕ ਗਿਆ, ਕੋਈ ਦਰਖਤ ਬਨਸਪਤੀ ਹੈ ਉਹਦੇ 'ਚ ਜਾ ਕੇ ਜੁੜ ਗਿਆ। ਤਾਂ ਇਹਨੂੰ ਵੈਰਾਈਟੀ ਦੇ ਵਿੱਚ ਕੀ ਹੈ ਕਿ ਕੰਮ ਕਰਨਾ। ਬਹੁਤ ਸਾਰੇ ਐਸੇ ਗੁਰਮੁਖ ਨੇ 24 ਘੰਟੇ ਕੰਮ ਕਰਦੇ ਨੇ। ਤਾਂ ਇੰਸਟੀਟਿਊਸ਼ਨਲ ਜਿਹੜਾ ਕੰਮ ਹੈ, ਸੰਸਥਾ ਮਹਿਸੂਸ ਕੀਤਾ ਜਾਂਦਾ ਜਦੋਂ ਜੋੜਨ ਵਾਲੀ ਜਿਹੜੀ ਕਲਾ ਹੈ ਉਹ ਨਾਲ ਆ ਜਾਏ। ਇਸ ਲਈ ਆਖਦੇ ਹਨ ਖਸ਼ਟਮ ਮੇਘ ਰਾਗ ਵੈ ਗਾਵਹਿ। ਮੇਘ ਰਾਗ ਪ੍ਰੇਮ ਦੇ ਬੱਦਲ ਸਰੂਪ ਗੁਰੂ ਸਾਹਿਬ ਜੀ, ਉਹ ਜਿਹੜੇ ਜਿਸ ਤਰ੍ਹਾਂ ਨਾਲ ਬਖਸ਼ਿਸ਼ ਕਰਦੇ ਨੇ ਕਿ ਕੁੱਲ ਦੁਨੀਆ ਦੇ ਲਈ ਇਨ ਪੁੱਤਰਨ ਕੇ ਸੀਸ ਪਰਵਾਰ ਦੀਏ ਸੁਤ ਚਾਰ ਮੋਹ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਉਹ ਉਸ ਪਰਮਾਤਮਾ ਨੂੰ ਸੰਸਾਰ ਅੰਦਰ ਅਤੇ ਆਪਣੇ ਆਕਾਰ ਅੰਦਰ ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ, ਪੀਪਾ ਪ੍ਰਣਵੈ ਪਰਮ ਤਤ ਹੈ, ਸਤਿਗੁਰ ਹੋਏ ਲਖਾਵੈ।
ਉਹ ਜਸ ਨੂੰ ਗਾਇਨ ਕਰਦੇ ਨੇ। ਪੰਚੋ ਸੰਗ ਬਰੰਗਨ ਲਾਵਹਿ। ਤਾਂ ਪੰਜੋ ਜਿਹੜੇ ਜੀਵਨ ਨੂੰ ਪਚਾ ਦੇਣ ਵਾਲੇ ਹਨ, ਭਾਵ ਸਰੀਰ ਦੀ ਅਵਿਦਿਆ ਨੂੰ ਖਤਮ ਕਰ ਦੇਣ ਵਾਲੇ ਹਨ। ਉਹਨਾਂ ਸਰੀਰ ਦੀ ਅਵਿਦਿਆ ਨੂੰ ਖਤਮ ਕਰਨ ਵਾਲੇ ਜਿਹੜੇ ਗਿਆਨ ਦੀ ਅੰਸ਼ ਹੈ ਉਹਦੇ ਨਾਲ ਉਹ ਪ੍ਰਮਾਤਮਾ ਦਾ ਜਸ ਗਾਇਨ ਕਰਦੇ ਨੇ। ਸੋਰਠ ਗੋਂਡ ਮਲਾਰੀ ਧੁਨੀ। ਤਾਂ ਸੋਰਠ ਉਹਨਾਂ ਦੀ ਸਥਿਤੀ ਜਿਹੜੀ ਹੈ ਵਿਚਾਰਵਾਨਤਾ ਵਾਲੀ ਹੋ ਕੇ ਮਲਾਰੀ ਧੁਨੀ ਰਿਮ ਝਿਮ ਜਿਹੜੀ ਹੈ ਧੁਨਾਤਮਕ ਕਾਰ ਹੋ ਜਾਂਦੀ ਹੈ। ਗੁਰੂ ਦੀ ਐਸੀ ਬਖਸ਼ਿਸ਼ ਹੁੰਦੀ ਹੈ, ਉਹ ਗੁਰਸਿੱਖਾਂ ਦਾ ਜੀਵਨ ਰਹਿਣ ਸਹਿਣ ਹੀ ਵਾਹਿਗੁਰੂ ਸ਼ਬਦ ਹੋ ਜਾਂਦਾ ਹੈ। ਤਾਂ ਇਹ ਵਾਹਿਗੁਰੂ ਸ਼ਬਦ ਹੋਣ ਲਈ ਸਭ ਤੋਂ ਪਹਿਲੇ ਬੈਖਰੀ ਸ਼ਬਦਾਂ ਦਾ ਆਕਾਰ ਹੁੰਦੀ ਹੈ, ਫਿਰ ਮੱਧਮਾ ਸ਼ਬਦਾਂ ਦਾ ਆਕਾਰ ਹੁੰਦੀ ਹੈ, ਫਿਰ ਪਸ਼ਯੰਤੀ ਰੂਪ ਵਿੱਚ ਪਰਾਂ ਵਿੱਚ ਜਾ ਕੇ ਸ਼ਬਦ ਜਿਹੜਾ ਹੈ ਉਹ ਆਪਣੇ ਅਸਲ ਸਰੂਪ ਵਿੱਚ ਜਾ ਕੇ ਸਥਿਤ ਹੋ ਜਾਂਦਾ, ਜਿਸ ਨੂੰ ਕੇਵਲ ਐਗਜ਼ਿਸਟੈਂਸ ਕਿਹਾ ਜਾਂਦਾ ਹੈ। ਇਸ ਲਈ ਸਤਿਗੁਰੂ ਜੀ ਵਚਨ ਕਰਦੇ ਨੇ ਕਿ ਜਿਹੜੇ ਇਹ ਰਾਗ ਪ੍ਰੇਮ ਵਾਲੇ ਲੋਕ ਹੁੰਦੇ ਹਨ, ਮਹਾਂਪੁਰਖ ਜਿਸ ਅਰਥਾਂ ਤੱਕ ਸਾਨੂੰ ਲੈ ਕੇ ਜਾ ਰਹੇ ਨੇ, ਇੱਕ ਗੁਰੂ ਗ੍ਰੰਥ ਸਾਹਿਬ ਸੱਚਾ ਪਾਤਸ਼ਾਹ ਜੀ ਪ੍ਰਗਟ ਗੁਰਾਂ ਕੀ ਦੇਹ ਹੈ, ਦੂਜਾ ਗੁਰੂ ਪੰਥ ਅੰਦਰ ਗੁਰਬਾਣੀ ਦਾ ਵਸਣਾ, ਇਹ ਵੀ ਪ੍ਰਗਟ ਗੁਰਾਂ का ਸਰੂਪ ਹੈ। ਇਸੇ ਨੂੰ ਪੂਜਾ ਅਕਾਲ ਕੀ ਪਰਚਾ ਸ਼ਬਦ ਕਾ ਦੀਦਾਰ ਖਾਲਸੇ ਦਾ ਕਿਹਾ ਹੈ। ਤਾਂ ਇੱਥੇ ਆਪਣੀ ਆਤਮਾ ਦੇ ਆਨੰਦ ਵਿੱਚ ਆਪਣੇ ਵਿਚਾਰਧਾਰਕ ਰੂਪ ਨੂੰ ਲੈ ਕੇ ਜਾਣਾ ਜਿਹੜਾ ਏ ਉਹ ਹੈ ਸੋਰਠ ਗੂੰਡ ਮਲਾਰੀ ਧੁਨੀ, ਕਿ ਰਿਣ ਝਿਣ ਵਾਂਗੂ ਜਿਵੇਂ ਨਿੱਕੀ ਨਿੱਕੀ ਕਣੀ ਦੀ ਬਰਸਾਤ ਪੈਂਦੀ ਹੈ, ਇਸੇ ਤਰ੍ਹਾਂ ਨਾਲ ਵਾਹਿਗੁਰੂ ਨੂੰ ਸਮਰਪਣ ਹੋ ਕੇ ਜਿਹੜਾ ਉਸ ਦਾ ਉਚਾਰਨ ਕਰਕੇ ਨਿਸ਼ਚਿਤਤਾ ਹਾਸਲ ਕੀਤੀ ਜਾਂਦੀ ਹੈ। ਗੁਣ ਗਾਵਹਿ ਆਸਾ ਗੁਣ ਗੁਨੀ। ਫਿਰ ਗੁਣੀ ਵਿਚਾਰਵਾਨ ਹੋ ਕਰਕੇ ਗੁਣ ਗੁਣਾਂ ਦੀ ਧਾਰਨਾ ਨੂੰ ਸਾਹਮਣੇ ਰੱਖ ਕੇ ਬਾਰ-ਬਾਰ ਪਵਿੱਤਰ ਜਿਹੜੀ ਆਸਾ ਹੈ, ਵਿਚਾਰਧਾਰਾ ਹੈ, ਉਸ ਨੂੰ ਧਾਰਨ ਕੀਤਾ ਜਾਂਦਾ ਹੈ। ਉੱਚਾ ਸੁਰ ਸੂਹੋ ਪਨ ਕੀਨੀ। ਉਹਨਾਂ ਇਸ ਪਵਿੱਤਰਤਾ ਦੇ ਨਾਲ ਉੱਚਾ ਸੁਰ ਬਾਰ-ਬਾਰ ਅਲਾਪਚਾਰੀ ਦੇ ਰਾਹੀਂ ਜਿਹੜਾ ਜੀਵਨ ਦੇ ਅੰਦਰ ਮਾਇਆ ਸਬਲ ਈਸ਼ਵਰ ਹੈ ਅਤੇ ਪਰਮਾਤਮਾ ਜਿਹੜਾ ਹੈ ਅੰਤःਕਰਨ ਵਸ਼ਿਸ਼ਟ ਚੇਤਨ ਜੀਵ ਹੈ, ਇਹਨਾਂ ਦੋਨਾਂ ਦੇ ਵਿੱਚ ਏਕਤਾ ਦਾ ਜਿਹੜਾ ਸਰੂਪ ਹੈ ਗੁਰੂ ਦੇ ਪਰਉਪਕਾਰ ਰਾਹੀਂ, ਕਿ ਚਾਹੇ ਸਮੁੰਦਰ ਹੋਏ ਪਾਣੀ ਹੈ ਤੇ ਚਾਹੇ ਕਤਰਾ ਹੋਏ ਪਾਣੀ ਹੈ, ਕਿਉਂਕਿ ਬੁਲਬੁਲਾ ਵੀ ਪਾਣੀ ਨਾਲ ਬਣਨਾ ਹੈ, ਸਮੁੰਦਰ ਵੀ ਪਾਣੀ ਨਾਲ ਬਣਨਾ ਹੈ। ਤਾਂ ਇਹ ਨਿਸ਼ਚਾ ਜਿਹੜਾ ਉੱਚੀ ਆਤਮਕ ਅਵਸਥਾ ਵਾਲਾ ਸੂਹੋ ਲਾਲ ਰੰਗ, ਜਿਹੜਾ ਲਾਲ ਰੰਗ ਤਿਸ ਕੋ ਲੱਗਾ ਜਿਸ ਕੇ ਬੜ ਭਾਗਾ, ਮੈਲਾ ਕਦੇ ਨਾ ਹੋਵੇ ਫਿਰ ਨਾ ਲੱਗੇ ਦਾਗਾ। ਤਾਂ ਉਹ ਜੀਵਨ ਜਿਹੜਾ ਹੈ ਪਵਿੱਤਰਤਾ ਵਾਲਾ ਹੋ ਜਾਂਦਾ ਹੈ। ਮੇਘ ਰਾਗ ਸਿਉ ਪੰਚੋ ਚੀਨੀ। ਇਸ ਤਰ੍ਹਾਂ ਗੁਰੂ ਸਾਹਿਬ ਜੀ ਜੋ ਮੇਘ ਰਾਗ ਜਿਹੜੇ ਬੱਦਲ ਪ੍ਰੇਮ ਦਾ ਬੱਦਲ ਸਰੂਪ ਹਨ, ਉਹਨਾਂ ਨਾਲ ਪਾਜੋ ਜਿਹੜਾ ਚੇਤਨ ਹਰੀ ਹੈ, ਪੰਜਾਂ ਤੱਤਾਂ ਦੀ ਅੰਸ਼ ਵਾਲਾ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵ ਹੈ ਦਰਗਹਿ ਮਾਨ ਦਾ ਸਰੂਪ ਹੈ, ਉਸ ਨੂੰ ਪਛਾਣ ਲੈਂਦਾ ਹੈ। ਬੈਰਾ ਧਰ ਗਜ ਤਰ ਕੇਦਾਰ। ਤਾਂ ਉਹ ਬੈਰਾ ਬਾਣੀ ਦਾ ਧਰ ਧਾਰਨ ਕਰਨ ਵਾਲਾ ਹੋ ਕਰਕੇ ਗਜ ਵਾਂਗੂ ਜਿਹੜਾ ਮਸਤ ਹਾਥੀ ਵਾਂਗੂ ਭਟਕਣ ਵਾਲਾ ਮਨ ਹੈ, ਉਸ ਦੇ ਉੱਪਰ ਧਾਰਨ ਕਰਕੇ ਵਿਕਾਰਾਂ ਨੂੰ ਦੂਰ ਕਰ ਲੈਂਦਾ ਹੈ। ਜਬ ਲੀ ਧਰ ਨਟਿਓ ਜਲ ਧਾਰਾ। ਜਬ ਜਦੋਂ ਲੀ ਬਿਰਤੀ ਨੂੰ ਇਸ ਤਰ੍ਹਾਂ ਨਾਲ ਧਰ ਟਿਕਾ ਲੈਂਦਾ ਹੈ ਤਾਂ ਆਤਮ ਏਕਤਾ ਦੀ ਸਮਝ ਆ ਜਾਂਦੀ ਹੈ, ਤੇ ਫਿਰ ਨਟ ਜਿਹੜਾ ਈਸ਼ਵਰ ਹੈ ਤੇ ਜਲ ਧਾਰਾ ਬੂੰਦ ਵਾਂਗ ਜਿਹੜਾ ਜੀਵ ਹੈ, ਦੋਨਾਂ ਦਾ ਉਹ ਜਿਹੜਾ ਵਿਸ਼ੇਸ਼ ਕਰਕੇ ਜਲ ਰੂਪ ਹੈ ਉਸ ਨੂੰ ਜਾਣ ਲੈਂਦਾ ਹੈ। ਗੁਣ ਗਾਵਹਿ ਸ਼ੰਕਰਿਓ ਸਿਆਮਾ। ਐਸੀ ਪਵਿੱਤਰ ਆਤਮਾ ਜਿਹੜਾ ਏਕਤਾ ਦੇ ਨਾਲ ਜੀਵਨ ਜਿਉਣ ਵਾਲਾ ਗੁਰੂ ਰਾਹੀਂ ਪਰਮਾਤਮਾ ਆਤਮਾ ਪ੍ਰਾਤਮਾ ਇੱਕੋ ਕਰੇ, ਉਸ ਦਾ ਜਿਹੜਾ ਜਸ ਹੈ ਸ਼ੰਕਰ ਸਿਵ ਜੀ ਸਿਆਮਾ ਕ੍ਰਿਸ਼ਨ ਜੀ ਆਦਿ ਗਾਉਂਦੇ ਹਨ। ਮੇਘ ਰਾਗ ਪੁੱਤਰਨ ਕੇ ਨਾਮਾ। ਇਸ ਲਈ ਗੁਰੂ ਸਾਹਿਬ ਜੀ ਦੀ ਪਵਿੱਤਰਤਾ ਸਿੱਖ ਦੇ ਜੀਵਨ ਅੰਦਰ ਪਰਮਾਤਮਾ ਦਾ ਨਾਮ ਵਸਾਉਣਾ ਹੁੰਦਾ ਹੈ। ਜਿਹਦੇ ਜੀਵਨ ਵਿੱਚ ਨਾਮ ਵਸ ਗਿਆ, ਸਮਝੋ ਸਤਿਗੁਰੂ ਸਾਹਿਬ ਜੀ ਦਾ ਪਵਿੱਤਰ ਸਰੂਪ ਵਸ ਗਿਆ। ਖਸ਼ਟ ਰਾਗ ਉਨ ਗਾਏ ਸੰਗ ਰਾਗ ਨੀਤੀਸ। ਤਾਂ ਉਹਨਾਂ ਦਾ ਸ਼ਬਦਾਰ ਜਿਹੜਾ ਸ਼ਬਦ ਸਪਰਸ ਰਸ ਰੂਪ ਗੰਧ, ਇਹਦਾ ਸਤੋਮय ਸਰੂਪ ਜਿਹੜਾ ਹੈ ਚਿੱਤ ਬਣ ਜਾਂਦਾ ਹੈ, ਭਾਵ ਉਹ ਮਨ ਤੋਂ ਬੁੱਧੀ ਤੋਂ ਅੱਗੇ ਨਿਕਲ ਜਾਂਦੇ ਹਨ, ਉਹ ਚਿੰਤਨ ਦਾ ਰੂਪ ਬਣ ਜਾਂਦਾ ਹੈ। ਉਹ ਹਮੇਸ਼ਾ ਮਹਿਸੂਸ ਕਰਦੇ ਨੇ ਸੁੱਖ ਦੁੱਖ ਉਹੀ ਧਿਆਈਏ ਰੇ ਰਾਹੀਂ, ਉਹ ਬੁਰੇ ਦੀ ਬੁਰਿਆਈ ਨੂੰ ਦੂਰ ਕਰਨ ਵਾਸਤੇ ਸਰਜੇਰੀਅਨ ਬਣ ਜਾਂਦੇ ਹਨ।
ਉਹ ਜਾਣਦੇ ਨੇ ਕਿ ਇਹਦੇ ਜੀਵਨ 'ਚ ਐਨਥੀਸੀਆ ਇਸ ਤਰ੍ਹਾਂ ਲਾ ਕੇ ਇਹਦੀ ਸਰਜਰੀ ਕੀਤੀ ਜਾ ਸਕਦੀ ਹੈ, ਇਹਦੀ ਇਸ ਤਰ੍ਹਾਂ ਕੀਤੀ ਜਾ ਸਕਦੀ ਹੈ। ਇਸੇ ਕਰਕੇ ਉਹ ਉੱਚੇ ਉੱਠ ਕੇ ਕਹਿੰਦੇ ਨੇ, ਹੱਦ ਲੰਗੇ ਔਲੀਆ ਬੇਹੱਦ ਲੰਗੇ ਪੀਰ, ਹੱਦ ਬੇਹੱਦ ਦੋਨੋਂ ਲੰਗੇ ਤਿਸਕਾ ਨੌ ਫਕੀਰ। ਉਹ ਫਕੀਰ ਲੋਕ ਹੋ ਜਾਂਦੇ ਨੇ, ਬੇਪਰਵਾਹ ਹੋ ਜਾਂਦੇ ਹਨ। ਬਸ ਪ੍ਰਵਾਹ ਨਾਹੀ ਕਿਸੈ ਕੇਰੀ, ਬਾਜ ਸੱਚੇ ਨਾਹੀ। ਉਹ ਇਸ ਤਰ੍ਹਾਂ ਨਾਲ ਜਿਹੜੇ ਪ੍ਰੇਮ ਵਿੱਚ ਹੋ ਕਰਕੇ ਗਾਇਨ ਕਰਦੇ ਨੇ। ਸੰਗ ਰਾਗਨੀ 30 27 ਸਿਮਰਤੀਆਂ ਅਰ 3 ਕਾਲ, ਕਿਉਂਕਿ ਵਿਦਿਆ ਤਿੰਨਾਂ ਕਾਲਾਂ ਦੇ ਵਿੱਚ ਚੱਲਦੀ ਹੈ। ਉਹ ਹਮੇਸ਼ਾ ਲਈ ਉਸ ਨੂੰ ਨਾਲ ਜਾਣਦੇ ਨੇ। ਉਹ ਗ੍ਰੰਥ ਪੜ੍ਹਨ ਦਾ ਮਤਲਬ ਸੰਸਕ੍ਰਿਤ ਦਾ ਵਿਦਵਾਨ ਹੋਣਾ, ਫਲਾਨਾ ਹੋਣਾ, ਇਹ ਐਸਾ ਕੁਛ ਨਹੀਂ। ਉਹ ਜਾਣਦੇ ਨੇ ਗ੍ਰੰਥ ਪੜ੍ਹਨ ਦਾ ਮਤਲਬ ਆਤਮਸਾਤ ਹੋਣਾ ਹੈ। ਗ੍ਰੰਥ ਪੜ੍ਹਨ ਦਾ ਮਤਲਬ ਬ੍ਰਹਮ ਚਿੰਤਨ ਕਰਨਾ ਹੈ। ਗ੍ਰੰਥ ਪੜ੍ਹਨ ਦਾ ਮਤਲਬ ਕੁੱਲ ਕਾਇਨਾਤ ਅੰਦਰ, ਕਰੋੜਾਂ ਬ੍ਰਹਮੰਡਾਂ ਅੰਦਰ ਪਹੁੰਚ ਰਸਾਈ ਕਰਨ ਵਾਲੇ ਕੋਟ ਬ੍ਰਹਮੰਡ ਕੋ ਠਾਕੁਰ ਸੁਆਮੀ ਸਰਬ ਜੀਆਂ ਕਾ ਦਾਤਾ ਰੇ, ਉਸ ਦੇ ਨਾਲ ਜੁੜਨਾ ਹੁੰਦਾ ਹੈ। ਸਭੈ ਪੁੱਤਰ ਰਾਗਨ ਕੇ 18 10 20। ਤਾਂ ਸਭੈ ਪੁੱਤਰ ਰਾਗਨ ਕੇ, ਜਿਹੜੀ ਇਹ ਪਵਿੱਤਰਤਾ ਵਾਲੇ ਸਭੇ ਸਾਰੇ ਜਿਹੜੇ ਭਗਤ ਜਨ ਹਨ, ਉਹ ਚਾਹੇ ਕਿਸੇ ਰਸਤੇ ਰਾਹੀਂ ਆਪਣੇ ਜੀਵਨ ਨੂੰ ਪਰਮਾਤਮਾ ਦੇ ਪ੍ਰੇਮ ਅੰਦਰ ਇੱਕ ਸੁਰ ਕਰਦੇ ਹਨ, ਉਹ ਸਾਰੇ ਉਸੇ ਦੇ ਹਨ। 18 10 20, 18 ਪੁਰਾਣ ਤੋਂ ਭਾਵ ਚਾਹੇ ਮੈਥਡੋਲੋਜਿਕ ਢੰਗ ਦੇ ਨਾਲ ਹੈ, ਚਾਹੇ ਹਿਸਟੋਰਿਕ ਢੰਗ ਦੇ ਨਾਲ ਹੈ। ਜਿੱਥੋਂ ਵੀ ਕੋਈ ਚੰਗਿਆਈ ਮਿਲਦੀ ਹੈ ਤਾਂ ਉਹ 10 ਜਿਹੜੇ ਪੰਜੇ ਗਿਆਨ ਇੰਦਰੀ, ਪੰਜੇ ਕਰਮ ਇੰਦਰੀਆਂ ਰਾਹੀਂ ਇੰਟਰਨਲ ਤੇ ਐਕਸਟਰਨਲ ਨੌਲੇਜ ਦਾ ਜਿਹੜਾ ਜੋੜ ਹੈ, ਉਹ ਜੋੜ ਇਸ ਲਈ ਹੈ ਕਿ ਬੁਰਾਈਆਂ ਟੁੱਟ ਜਾਣ, ਚੰਗਿਆਈਆਂ ਜੀਵਨ ਅੰਦਰ ਵਸ ਜਾਣ। ਇੱਕ ਚੰਗਾ ਇਨਸਾਨ ਹੋ ਕੇ ਪਰਮਾਤਮਾ ਨੂੰ ਪਿਆਰ ਕਰਦਿਆਂ ਹੋਇਆਂ ਉਹਦੀ ਕਾਇਨਾਤ ਨੂੰ ਪਿਆਰ ਕਰਨ ਵਾਲਾ ਹੋਵੇ। ਦਰਖਤਾਂ ਨੂੰ ਪਿਆਰ ਕਰਦਿਆਂ ਹੋਇਆਂ ਦਰਖਤਾਂ ਅੰਦਰ ਉਸ ਪਰਮਾਤਮਾ ਨੂੰ ਵੇਖਦਿਆਂ ਹੋਇਆਂ ਕੁਦਰਤ ਨੂੰ ਮਾਣੇ। ਔਰ ਇਹਨਾਂ ਦਰਖਤਾਂ ਤੋਂ, ਪਾਣੀ ਤੋਂ, ਖੁਰਾਕ ਤੋਂ, ਜੀਵਨ ਦੇ ਰਾਹੀਂ ਅਗਲੀਆਂ ਪੀੜ੍ਹੀਆਂ ਜਿਹੜੀਆਂ ਹਨ ਉਹਨਾਂ ਦਾ ਸਹਿਯੋਗ ਜਾਣੇ। ਤਾਂ ਇਹ ਇੱਕ ਸੰਸਾਰ ਦੀ ਕਲਾ ਹੈ। 20 ਵਿਸਵੇ ਜਿਹੜਾ ਇਸ ਤਰ੍ਹਾਂ ਨਾਲ ਜੀਵਨ ਚੱਲਦਾ ਹੈ, ਉਹ ਗੁਰੂ ਸਾਹਿਬ ਜੀ ਦੀਆਂ ਅਸੀਸਾਂ ਮਾਨਣ ਵਾਲਾ ਹੁੰਦਾ ਹੈ। ਤਾਂ ਇਹ ਇੱਕ ਗੁਰਸਿੱਖ ਦੇ ਜੀਵਨ ਦੀ ਸਾਧਨਾ, ਜਿਹੜਾ ਦਰਸ਼ਨ ਸ਼ਾਸਤਰ ਰਾਹੀਂ ਆਪਣੇ ਜੀਵਨ ਅੰਦਰ ਆਤਮ ਅਨੁਭੂਤੀ ਹਾਸਲ ਕਰ ਸਕਦਾ ਹੈ। ਤਾਂ ਮਹਾਂਪੁਰਖਾਂ ਨੇ ਪਰਉਪਕਾਰ ਕੀਤਾ, ਵਿਚਾਰ ਕਰਦੇ ਹਾਂ ਬਹੁਤ ਤਰ੍ਹਾਂ ਦੇ, ਕਿਉਂਕਿ ਜਦੋਂ ਸੰਸਕਰਣਾਂ ਨੂੰ ਤੁਸੀਂ ਆਤਮਿਕ ਰੂਪ ਦੇ ਨਾਲ ਜੁੜਨ ਦੇ ਲਈ ਵੇਖਦੇ ਹੋ ਤਾਂ ਉਹਦੇ 'ਚ ਬਹੁਤ ਸਾਰੀਆਂ ਤਰੁੱਟੀਆਂ ਬੌਧਿਕਤਾ ਦੇ ਵਿੱਚ ਸਹਿਜ ਹਨ। ਤਾਂ ਇਹ ਜਿਹੜੀ ਬੌਧਿਕਤਾ ਦੇ ਰਾਹੀਂ ਕੋਈ ਸ਼ਬਦ ਖੱਬੇ ਸੱਜੇ ਹੋਏ ਹੋਣ, ਉਹਨੂੰ ਅਣਜਾਣ ਜਿਹਬਾ ਦਾ ਗੁਨਾਹ ਜਾਣਦਿਆਂ ਨਾ ਚਤਾਰਨਾ। ਜੋ ਵੀ ਚਾਰ ਧਾਰਾ ਗੁਰੂ ਸਾਹਿਬ ਜੀ ਦੀ ਅਸੀਸ ਮਿਹਰਬਾਨੀ ਵਾਲੀ ਹੋਵੇ, ਉਸ ਨੂੰ ਗੁਰੂ ਕੀ ਬਖਸ਼ਿਸ਼ ਜਾਣ ਕੇ ਜੀਵਨ ਅੰਦਰ ਗ੍ਰਹਿਣ ਕਰ ਲੈਣਾ, ਤਾਂ ਕਿ 29ਵੀਂ ਜਾਤ 9 ਤੇ 2 11 ਜਿਹੜਾ ਹੈ 2 ਏਕੇ, ਇੱਕ ਪਰਮਾਤਮਾ ਜਿਹੜਾ ਸਿੱਖ ਦੇ ਰੂਪ ਵਿੱਚ ਹੈ, ਇੱਕ ਪਰਮਾਤਮਾ ਜਿਹੜਾ ਗੁਰੂ ਰੂਪ ਹੈ। ਗੁਰੂ ਸਿੱਖ, ਸਿੱਖ ਗੁਰੂ ਹੈ, ਇੱਕੋ ਗੁਰ ਉਪਦੇਸ਼ ਚਲਾਏ। ਇਸ ਸ਼ਬਦ ਦੇ ਅਭਿਆਸ ਨੂੰ ਖੁਦ ਜਪਦੇ ਰਹੀਏ, ਦੂਸਰਿਆਂ ਨੂੰ ਜਪਣ ਲਈ ਪ੍ਰੇਰਣਾ ਦਿੰਦੇ ਰਹੀਏ। ਆਪ ਜਪੈ ਅਵਰਹਿ ਨਾਮ ਜਪਾਵੈ, ਨਾਨਕ ਐਸਾ ਉਹ ਬੈਸਨੋ ਪਰਮਗਤ ਪਾਵੈ। ਤਾਂ ਜਿਹੜਾ ਆਪ ਜਪਦਾ ਹੈ, ਦੂਸਰਿਆਂ ਨੂੰ ਜਪਣ ਦੇ ਲਈ ਜੋੜ ਦਿੰਦਾ, ਤਾਂ ਉਹ ਗੁਰਸਿੱਖ ਸਾਧਕ ਪਰਮਾਤਮਾ ਦੇ ਦਰ ਜੀਵਨ ਪ੍ਰਵਾਨ ਕਰਦਾ। ਗੁਰੂ ਕਿਰਪਾ ਕਰੇ। ਸਤਿਗੁਰੂ ਜੀ ਦੀ ਪਾਵਨ ਬਾਣੀ ਦੀ ਅਰਥ ਵਿਚਾਰ ਦੇ ਵਿੱਚ ਜੋ ਭੁੱਲਾਂ ਚੁੱਕਾ ਹਨ, ਅਣਜਾਣ ਜਿਹਬਾ ਦਾ ਗੁਨਾਹ ਜਾਣਦਿਆਂ ਨਾ ਚਤਾਰਨਾ। ਗੁਰੂ ਸਾਹਿਬ ਦੀ ਮਿਹਰਬਾਨੀ ਕਰਨ ਸਾਡਾ ਤੁਹਾਡਾ ਜੁੜਿਆ ਹੋਇਆ ਇਹ ਜੀਵਨ ਸਫਲਤਾ ਵੱਲ ਜਾਏ, ਜਿਸ ਕਰਕੇ ਗੁਰੂ ਸਾਹਿਬ ਜੀ ਦੀ ਅਸੀਸ ਹਾਸਲ ਹੋਏ। ਆਓ 5 ਵਾਰ ਮੂਲ ਮੰਤਰ ਦਾ, ਵਾਹਿਗੁਰੂ ਮੰਤਰ ਦਾ ਜਾਪ ਕਰਕੇ, ਕਿਉਂਕਿ ਇਹ ਕਥਾ ਗੁਰਬਾਣੀ ਦਾ ਪੜ੍ਹਨਾ ਸਭ ਕੁਝ ਇਸ ਲਈ ਹੈ ਕਿ ਸਾਡਾ ਜੀਵਨ ਗੁਰੂ ਚਰਨਾਂ ਨਾਲ ਜੁੜਿਆ ਰਹੇ। ਗੁਰੂ ਚਰਨਾਂ ਨਾਲ ਜੁੜਨ ਲਈ ਸਭ ਤੋਂ ਛੋਟਾ ਵਾਹਿਗੁਰੂ ਸ਼ਬਦ ਹੈ, ਮੂਲ ਮੰਤਰ ਹੈ। ਆਓ ਸਾਰੇ ਜਪੀਏ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ
ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇਕ ਓੰਕਾਰ ਸਤਿਨਾਮ ਕਰਤਾ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਵਾਹਿਗੁਰੂ 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 ਵਾਹਿਗੁਰੂ। ਗੁਰੂ ਸਾਹਿਬ ਜੀ ਕਿਰਪਾ ਕਰਨ ਸ਼੍ਰੀਮਾਨ ਸੰਤ ਗਿਆਨੀ ਕਰਮ ਸਿੰਘ ਜੀ ਨੂੰ ਇਸੇ ਤਰ੍ਹਾਂ ਨਾਲ ਗੁਰੂ ਸ਼ਬਦ ਦਾ ਗੁਰਸਿੱਖ ਸੰਗਤਾਂ ਨੂੰ ਅਭਿਆਸ ਕਰਵਾਉਣ ਦਾ, ਵਿਦਿਆਰਥੀਆਂ ਨੂੰ ਪੜ੍ਹਾਉਣ ਦਾ ਬਲ ਬਖਸ਼ਣ। ਜਿਨ੍ਹਾਂ ਗੁਰਮੁਖ ਪਿਆਰਿਆਂ ਤੇ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਹੈ, ਗੁਰੂ ਸ਼ਬਦ ਦਾ ਗਿਆਨ ਬਖਸ਼ਿਆ, ਇਸੇ ਤਰ੍ਹਾਂ ਨਾਲ ਅਗਾਂਹ ਵਿਦਿਆ ਨੂੰ ਪੜ੍ਹਦੇ ਪੜ੍ਹਾਉਂਦੇ ਰਹੀਏ ਤਾਂ ਕਿ ਦੀਵਾ ਬਲੈ ਅੰਧੇਰਾ ਜਾਏ, ਵੇਦ ਪਾਠ ਮਤ ਪਾਪਾਂ ਖਾਏ। ਅੰਤਲੇ ਚਰਨ ਪੜ੍ਹ ਕੇ ਸਮਾਪਤੀ ਕਰੀਏ। ਖਾਸਟ ਰਾਗ ਉਨ ਗਾਏ ਸੰਗ ਰਾਗਨੀ ਤੀਸ ਸਭ ਹੈ ਪੁੱਤਰ ਰਾਗਨ ਕੇ 18 10 20। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।